ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰੇ ਉਤਾਰਾ ਹੋਏ। ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਜਾਓ। ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਇ। ਤਾਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ। ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਇ। ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ। ਸੇਵੀ ਸਾਹਿਬ ਆਪਣਾ ਅਵਰ ਨ ਜਾਚਉ ਕੋਇ। ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ।
ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤਿੰਨਾਂ ਦੀ ਪਾਵਨ ਨੱਗੀ ਗੋਦ ਅੰਦਰ ਸੁਭਾਏਮਾਨ, ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਗੁਰਦੇਵ ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਾਵਨ ਹਾਜ਼ਰੀ ਆਪ ਗੁਰਮੁਖ ਮਾਈ ਭਾਈ ਭਰ ਰਹੇ ਹੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜੋ ਅੱਜ ਦੇ ਦਿਹਾੜੇ ਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਹੁਕਮਨਾਮੇ ਦੇ ਰੂਪ ਵਿੱਚ ਕੀਤੇ ਹਨ। ਇਹ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਇਹ ਪਾਵਨ ਸ਼ਬਦ ਮੇਰੇ ਗੁਰਦੇਵ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਪ੍ਰਥਾਏ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਚਾਰਨਾ ਕੀਤਾ ਹੈ। ਮਾਤਾ ਜੀ ਨੇ ਆਣ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ ਹੈ, ਕਿਰਪਾਲੂ ਜੀ, हे ਪਤੀ ਪਰਮੇਸ਼ਰ ਸਤਿਗੁਰੂ ਸਾਹਿਬ ਜੀਓ, ਆਪ ਜੀ ਕਿਰਪਾ ਕਰੋ, ਰਹਿਮਤ ਕਰੋ। ਆਪ ਜੀ ਨੇ ਦਿਆਲਤਾ ਕੀਤੀ ਹੈ, ਆਪਣੇ ਸਤਿਕਾਰਯੋਗ ਮਾਤਾ ਪਿਤਾ ਬਾਬਾ ਕਲਿਆਣ ਚੰਦ ਜੀ ਸਾਹਿਬ, ਸਾਡੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਤਿੰਨਾਂ ਦਾ ਪਾਵਨ ਉਧਾਰ ਕੀਤਾ। ਉਪਰੰਤ ਮੇਰੇ ਮਾਤਾ ਪਿਤਾ ਬਾਬਾ ਮੂਲ ਚੰਦ ਜੀ, ਮਾਤਾ ਚੰਦੋ ਰਾਣੀ, ਜਿਸ ਸਮੇਂ ਆਪ ਜੀ ਪੱਖੋ ਕੇ ਰੰਧਾਵੇ ਵਿਖੇ ਪਹੁੰਚੇ ਸੀ, ਜਿਸ ਨੂੰ ਅਜੋਕੇ ਸਮੇਂ ਵਿੱਚ ਬਟਾਲਾ ਨਗਰ ਕਿਹਾ ਜਾਂਦਾ ਹੈ, ਆਪ ਜੀ ਨੇ ਉੱਥੇ ਆਣ ਕਰਕੇ ਜਿਸ ਸਮੇਂ ਸਾਡੇ ਮਾਤਾ ਪਿਤਾ ਜੀ ਨੇ ਆਪ ਜੀ ਨਾਲ ਬੜੇ ਸਖਤ ਬਚਨ ਵੀ ਕੀਤੇ, ਪਰ ਆਪ ਜੀ ਨੇ ਦਇਆ ਦੇ ਘਰ ਵਿੱਚ ਆਣ ਕਰਕੇ ਜੋ ਆਪ ਜੀ ਦਾ ਬਿਰਧ ਹੈ ਉਹਦੇ ਅਨੁਸਾਰ ਉਹਨਾਂ ਦੀ ਕਲਿਆਣ ਹਿੱਤ ਵੀ ਪਾਵਨ ਗੁਰਬਾਣੀ ਉਚਾਰਨਾ ਕੀਤੀ, ਉਹਨਾਂ ਦੀ ਕਲਿਆਣ ਕੀਤੀ ਹੈ। ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਕਿਰਪਾ ਕਰਕੇ ਦਇਆ ਕਰਕੇ ਸਾਡੀ ਕਲਿਆਣ ਹਿੱਤ ਸਾਨੂੰ ਉਪਦੇਸ਼ ਦੇਣਾ ਕਰੋ। ਮਾਤਾ ਸੁਲੱਖਣੀ ਜੀ ਦੇ ਪ੍ਰਥਾਏ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਇਹ ਕਿਰਪਾ ਦੇ ਘਰ ਵਿੱਚ ਆਣ ਕਰਕੇ ਧਨਾਸਰੀ ਰਾਗ ਜਿੱਥੋਂ ਆਰੰਭਤਾ ਹੁੰਦੀ ਹੈ, ਉੱਥੇ ਇਹ ਪਾਵਨ ਸ਼ਬਦ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਚਾਰਨਾ ਕੀਤਾ ਹੈ। ਜੋ ਇਹ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਹਿਲੇ ਘਰ ਸੁਰਤਾਲ ਦੇ ਵਿੱਚ 4 ਪਦਿਆਂ ਵਾਲਾ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ। ਆਰੰਭਤਾ ਤੋਂ ਪਹਿਲਾਂ ਮੰਗਲ ਸਤਿਗੁਰੂ ਸਾਹਿਬ ਜੀ ਦਇਆ ਦੇ ਘਰ ਵਿੱਚ ਆਣ ਕੇ ਕਰ ਰਹੇ ਹਨ। ਇੱਕ ਉਹ ਅਦਵੈਤ ਬ੍ਰਹਮ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ ਜੀ। ਸਤਨਾਮ ਜਿਸ ਦਾ ਨਾਮ ਸਤ ਹੈ, ਆਦਿ ਕਾਲ ਤੋਂ ਲੈ ਕਰਕੇ ਜਿਸ ਨੂੰ ਆਪਾਂ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।
ਉਹ ਜੋ ਨਾਮੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਦਾ ਵਾਸਤੇ ਸਤ ਸਰੂਪ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ, ਅਥਵਾ ਜੋ ਇਸ ਸੱਚੇ ਨਾਮ ਵਾਹਿਗੁਰੂ ਮੰਤਰ ਨਾਲ ਜੁੜੇ ਹਨ ਉਹਨਾਂ ਨੇ ਵੀ ਸਤ ਸਰੂਪ ਦੀ ਪ੍ਰਾਪਤੀ ਕਰ ਲਈ ਹੈ ਜੀ। ਕਰਤਾ ਪੁਰਖ ਤੇ ਉਹ ਕੈਸਾ ਹੈ? ਕਰਤਾ ਹੈ ਜੀ ਸਾਰੇ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਹਨ, ਜਿੰਨੀਆਂ ਵੀ ਚੌਵੇਂ ਖਾਣੀਆਂ ਹਨ, ਅੰਡਜ ਜੇਰਜ ਸੇਤਜ ਉਤਪਜ, ਇਹਨਾਂ ਨੂੰ ਵੀ ਕਰਤਾ ਕਰਨ ਵਾਲਾ ਹੈ। ਫਿਰ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਤੋਂ ਇਹ ਜੀਵ ਪੈਦਾ ਹੋਏ ਹਨ, ਪੰਜੇ ਤੱਤ ਜਿਹੜੇ ਹਨ, ਸੋ ਧਰਤੀ ਆਕਾਸ਼ ਅਗਨੀ ਜਲ ਹਵਾ ਆਦਿ, ਇਹਨਾਂ ਪੰਜਾਂ ਤੱਤਾਂ ਨੂੰ ਵੀ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਕਰਤਾ, ਜਿਹਨੂੰ ਅਜੋਕੀ ਭਾਸ਼ਾ 'ਚ ਕ੍ਰੀਏਟਰ ਕਹਿ ਦਿੰਦੇ ਹਨ, ਸਾਰਿਆਂ ਨੂੰ ਕਰਨ ਵਾਲਾ ਆਪ ਹੈ। ਪਰ ਉਹਦੀ ਮਹਾਨਤਾ ਕੀ ਹੈ ਜੀ? ਪੁਰਖ ਉਹ ਸਾਰਿਆਂ ਵਿੱਚ ਪਰਿਪੂਰਨ ਹੈ। ਜਿਤਨੇ ਹੋਰ ਵਸਤੂਆਂ ਦੇ ਕਰਤੇ ਹਨ, ਜੇ ਅਕਾਲ ਪੁਰਖ ਵਾਹਿਗੁਰੂ ਨੂੰ ਕੱਲਾ ਕਰਤਾ ਹੀ ਕਹਿ ਦੇਵਾਂਗੇ ਤੇ ਭਾਈ ਬਾਤ ਨਹੀਂ ਬਣੇਗੀ। ਕਰਤੇ ਹਨ, ਕਰਨ ਵਾਲੇ ਤੇ ਹੋਰ ਵੀ ਕਈ ਹਨ। ਜਿਵੇਂ ਘੁਮਿਆਰ ਜਿਹੜਾ ਹੈ ਉਹ ਘੜੇ ਦਾ ਰਚੇਤਾ, ਘੜੇ ਨੂੰ ਕਰਨ ਵਾਲਾ ਹੈ, ਪਰ ਆਪ ਵਿੱਚ ਨਹੀਂ ਬੈਠਾ ਹੋਇਆ, ਪਾਇਆ ਵਿੱਚ ਜਲ ਹੀ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਕੋਈ ਚੀਜ਼ ਬਣਾਉਣ ਵਾਲਾ ਹੈ, ਕੋਈ ਚੀਜ਼ ਬਣਾਉਣ ਵਾਲਾ ਹੈ, ਪਰ ਪਰਮੇਸ਼ਰ ਵਾਹਿਗੁਰੂ ਦੀ ਵੱਡੀ ਕਿਰਪਾ ਕੀ ਹੈ? ਸਾਰੀਆਂ ਖਾਣੀਆਂ ਰਚ ਕਰਕੇ, ਸਾਰੇ ਤੱਤਾਂ ਨੂੰ ਰਚ ਕਰਕੇ, ਅਨੇਕ ਭਾਂਤਾਂ ਦੇ ਜੀਆਂ ਦੀ ਰਚਨਾ ਕਰਕੇ ਵਿੱਚ ਆਪ ਪਰਿਪੂਰਨ ਹੋ ਰਿਹਾ ਹੈ। ਸਾਰਿਆਂ ਜੀਵਾਂ ਦੇ ਵਿੱਚ ਆਪ ਅਕਾਲ ਪੁਰਖ ਵਾਹਿਗੁਰੂ ਨੇ ਵਾਸਾ ਕੀਤਾ ਹੋਇਆ। ਕੋਈ ਅਜਿਹੀ ਥਾਂ ਨਹੀਂ ਹੈ ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਆਪਣਾ ਵਾਸਾ ਨਹੀਂ ਹੈ। ਤਾਈਓ ਹੀ ਪਾਵਨ ਗੁਰਬਾਣੀ 'ਚ ਪੜ੍ਹਦੇ ਹਾਂ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਇੱਕ ਨਿੱਕੀ ਕੀੜੀ ਤੋਂ ਲੈ ਕਰਕੇ ਵੱਡੇ ਹਾਥੀ ਤੱਕ ਸਾਰਿਆਂ ਤੇ ਉਸ ਦੀ ਅਪਾਰ ਕਿਰਪਾ ਰਹਿਮਤ ਵਰਸ ਰਹੀ ਹੈ। ਸਾਰਿਆਂ ਦੇ ਵਿੱਚ ਆਪਣੀ ਹੀ ਪਾਵਨ ਚੇਤਨ ਸਤਾ ਪਾ ਕਰਕੇ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ, ਪੁਰਖ ਪੂਰਿਆ ਹੋਇਆ ਹੈ ਜੀ। ਸਾਰਿਆਂ ਦੇ ਵਿੱਚ, ਜਿਹਨੂੰ ਆਪਣੇ ਬਜ਼ੁਰਗ ਦੇਸੀ ਜੀ ਭਾਸ਼ਾ 'ਚ ਕਹਿ ਦਿੰਦੇ ਨੇ ਕਿ ਕਾਕਾ ਰੱਬ ਸਾਰਿਆਂ ਹੀ ਥਾਵਾਂ ਤੇ ਆ, ਸਾਰਿਆਂ ਥਾਵਾਂ ਤੇ। ਕੋਈ ਅਜਿਹਾ ਥਾਂ ਨਹੀਂ ਜਿੱਥੇ ਪਰਮੇਸ਼ਰ ਹੈ ਨਹੀਂ। ਪੁੱਤ ਰੱਬ ਸਾਰਿਆਂ ਥਾਵਾਂ ਤੇ, ਨਿੱਕੇ ਜੀਵਾਂ ਵਿੱਚ ਵੀ ਉਹ ਪਰਮੇਸ਼ਰ ਵਾਹਿਗੁਰੂ ਦਾ ਵਾਸਾ ਹੈ ਜੀ। ਨਿਰਭਉ ਨਿਰਵੈਰ। ਤੇ ਫਿਰ ਕੈਸਾ ਹੈ ਜੀ? ਭਾਉ ਕਿਸੇ ਦਾ ਨਹੀਂ ਉਸ ਨੂੰ। ਤੇ ਜਿਹੜਾ ਭਾਉ ਤੋਂ ਰਹਿਤ ਹੋਵੇ ਉਹ ਦੂਸਰੇ ਨਾਲ ਵੈਰ ਕਰਨ ਲੱਗ ਪੈਂਦਾ ਹੈ, ਪਰ ਭਾਈ ਉਹ ਨਿਰਵੈਰ ਹੈ, ਕਿਸੇ ਦੇ ਨਾਲ ਉਸ ਦਾ ਵੈਰ ਨਹੀਂ। ਭਾਉ ਵੀ ਕਿਸੇ ਦਾ ਨਹੀਂ, ਡਰ ਵੀ ਕਿਸੇ ਦਾ ਨਹੀਂ ਮੰਨਦਾ, ਪਰ ਕਿਸੇ ਨਾਲ ਵੈਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਹੀਂ ਹੈ ਜੀ। ਅਕਾਲ ਮੂਰਤ। ਕਾਲ ਤੋਂ ਰਹਿਤ ਉਹਦੀ ਹਸਤੀ ਹੈ, ਉਹ ਕਾਲ ਦੇ ਚੱਕਰ ਵਿੱਚ ਨਹੀਂ ਹੈ। ਜਿਵੇਂ ਆਪਾਂ ਬਾਕੀ ਸਾਰਿਆਂ ਦਾ ਪੜ੍ਹਦੇ ਹਾਂ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਉਹ ਪਰਮੇਸ਼ਰ ਵਾਹਿਗੁਰੂ ਕਾਲ ਤੋਂ ਰਹਿਤ ਉਹਦੀ ਹਸਤੀ ਹੈ। ਉਹਦੀ ਮੂਰਤ ਜੋ ਪਾਵਨ ਸਰੂਪ ਹੈ, ਕਾਲ ਨਹੀਂ ਉਹਨੂੰ ਵਿਆਪ ਸਕਦਾ। ਕੀ ਸਰੂਪ ਹੈ? ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਤੋਜ ਕਹੀਜੈ, ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਨੀਜੈ, ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਸੋ ਇਹ ਸਾਰੇ ਸਰੂਪ, ਕੈਸਾ ਉਹਦਾ ਸਰੂਪ ਹੈ ਜਿਸ ਨੂੰ ਆਪਾਂ ਪਾਵਨ, ਸੋ ਆਰਤੀ ਦੀ ਪਾਵਨ ਗੁਰਬਾਣੀ ਵਿੱਚ ਜਾਂ ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵੀ ਪੜ੍ਹਦੇ ਹਾਂ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਉਹ ਐਸਾ ਅਕਾਲ ਪੁਰਖ ਵਾਹਿਗੁਰੂ, ਉਹਦੀ ਐਸੀ ਪਾਵਨ ਕਾਲ ਤੋਂ ਰਹਿਤ ਹਸਤੀ ਮੂਰਤ ਹੈ ਜੀ। ਆਜੂਨੀ ਸਹਿ ਭੰ। ਆਜੂਨੀ ਅਜਨਮਾ ਹੈ ਜੀ, ਕਿਸੇ ਜੋਨੀ ਦੇ ਵਿੱਚ ਆਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਨਹੀਂ। ਸਹਿਪੰਗ ਸੁਤੇ ਪ੍ਰਕਾਸ਼ ਸਰੂਪ ਹੈ ਜੀ, ਆਪਣੇ ਤੋਂ ਆਪਣੇ ਆਪ ਨੂੰ ਨਿਰਗੁਣ ਤੇ ਸਰਗੁਣ ਹੋ ਕਰਕੇ ਸੁਭਾਇਮਾਨ ਹੋ ਰਿਹਾ ਹੈ। ਗੁਰ ਪ੍ਰਸਾਦ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਮਿਲੇਗਾ ਕਿੱਥੋਂ ਜੀ? ਕਹਿੰਦੇ ਗੁਰ ਪ੍ਰਸਾਦ।
ਪੂਰੇ ਗੁਰਾਂ ਦੀ ਪਾਵਨ ਪ੍ਰਸਾਦ ਕਿਰਪਾ ਹੋ ਜਾਵੇ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਜਿਹਦੇ ਇਹ ਪਾਵਨ ਗੁਣ ਦੱਸੇ ਹਨ ਉਹ ਤਾਂ ਪ੍ਰਾਪਤ ਹੋ ਸਕਦਾ ਹੈ ਜੇ ਪੂਰੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਪੂਰਿਆਂ ਦੀ ਸੰਗਤ ਵਿੱਚ ਭੇਜ ਦੇਣ ਤੇ ਤਾਂ ਜਾ ਕਰਕੇ ਪਾਈ ਪ੍ਰਾਪਤੀ ਹੁੰਦੀ ਹੈ ਜੀ। ਜਿਉ ਡਰਤ ਹੈ ਆਪਣਾ। ਹੁਣ ਪਹਿਲਾਂ ਬੇਨਤੀ ਰੂਪ ਵਿੱਚ ਮਾਤਾ ਜੀ ਨੇ ਜੋ ਬੇਨਤੀ ਕੀਤੀ ਹੈ ਉਸ ਨੂੰ ਕਹਿ ਰਹੇ ਹਨ। ਸੋ ਹੇ ਪਤੀ ਸਤਿਗੁਰੂ ਸਾਹਿਬ ਜੀਓ, ਇਹ ਜਿਹੜਾ ਜੀਓ ਹਿਰਦਾ ਹੈ ਇਹ ਡਰਦਾ ਹੈ ਜੀ। ਕੈਸਿਉ ਕਰੀ ਪੁਕਾਰ। ਆਪ ਜੀ ਤੋਂ ਬਿਨਾ ਹੋਰ ਕਿਹਦੇ ਅੱਗੇ ਜਾ ਕਰਕੇ ਪੁਕਾਰ ਕਰੀਏ, ਕਿਉਂਕਿ ਇਸ ਸੰਸਾਰ ਦੇ ਉੱਤੇ ਕੋਈ ਵੀ ਸਦੀਵੀ ਰਹਿਣ ਵਾਲਾ ਨਹੀਂ ਹੈ। ਕੱਲੇ ਮਾਤਾ ਜੀ ਦੀ ਨਹੀਂ, ਜਿਤਨੇ ਵੀ ਜਗਿਆਸੂ ਹਨ ਸਾਰਿਆਂ ਦੇ ਮੁੱਖ ਦਵਾਰ। ਜਗਿਆਸੂ ਕਿਸ ਨੂੰ ਆਖਦੇ ਹਨ? ਜੋ ਵਿਦਵਾਨ ਗੁਰਮੁਖਾਂ ਨੇ ਪੜਾਇਆ ਹੈ, ਜੋ ਦਾਸ ਦੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੇ ਪੜਾਇਆ। ਜਗਿਆਸੂ ਜਿਸ ਦੇ ਅੰਦਰ ਜਗਿਆਸਾ ਤੇ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ, ਪਰ ਅਜੇ ਰਸਤਾ ਕੋਈ ਨਹੀਂ ਲੱਭ ਰਿਹਾ ਕਿ ਕਿੱਧਰ ਨੂੰ ਜਾਈਏ। ਅਜੇ ਗਿਆਨ ਦੀ ਪ੍ਰਾਪਤੀ ਨਹੀਂ, ਇਹ ਜਗਿਆਸਾ ਹੋ ਆਈ ਹੈ ਕਿ ਜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਜਾਵਾਂਗੇ ਤਾਂ ਭਲਾ ਹੋ ਸਕਦਾ ਹੈ। ਉਹ ਸਾਰੇ ਜਿਤਨੇ ਜਗਿਆਸੂ ਹਨ, ਜਗਿਆਸੂ ਮੁਖ ਦੁਆਰਾ ਇਹ ਬੇਨਤੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਜੀਓ, ਇਹ ਜਿਹੜਾ ਜੀਓ ਹਿਰਦਾ ਡਰਿਆ ਹੋਇਆ ਹੈ ਕਿ ਇਸ ਸੰਸਾਰ ਨੂੰ ਛੱਡ ਜਾਣਾ ਹੈ, ਪਰ ਪਾਤਸ਼ਾਹ ਇਸ ਨੂੰ ਛੱਡਣ ਤੋਂ ਬਾਅਦ ਸਾਡਾ ਕੀ ਬਣੇਗਾ? ਕਾਰਨ ਕੀ ਹੈ? ਇਹ ਹਿਰਦਾ ਡਰਿਆ ਕਿਉਂ? ਜਦੋਂ ਵੇਖਣਾ ਕੀਤਾ ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਜਦੋਂ ਵੇਖਿਆ ਰਾਜਾ ਪ੍ਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਇੱਥੇ ਕਿਸੇ ਦੇ ਨਾਲ ਵਿਤਕਰਾ ਕੋਈ ਨਹੀਂ, ਰਾਜੇ ਵੀ ਤੇ ਪ੍ਰਜਾ ਵੀ ਸਾਰੀ ਪਰਮੇਸ਼ਰ ਵਾਹਿਗੁਰੂ ਇੱਕੇ ਹੀ ਰਸਤੇ ਸੋ ਇਸ ਸੰਸਾਰ ਤੋਂ ਖੜ ਰਿਹਾ ਹੈ। ਇਥੋਂ ਤੱਕ ਅਗਾਂਹ ਜਾ ਕਰਕੇ ਵੇਖਣਾ ਕੀਤਾ, ਬਾਰੇ ਬੁੱਢੇ ਤਰਨਾ ਭਈਆ ਸਭੂ ਜਮ ਲੈ ਜਾਈਆ ਰੇ। ਜਦੋਂ ਵੇਖਿਆ ਨਾ ਬਾਲਕ ਨਾ ਬੁੱਢੇ ਨਾ ਜਵਾਨ, ਕਿਸੇ ਨੂੰ ਇਹ ਕਾਲ ਰੂਪੀ ਜਿਹੜਾ ਝੱਖੜ ਝੁੱਲ ਰਿਹਾ ਮੌਤ ਰੂਪੀ ਇਹ ਛੱਡ ਨਹੀਂ ਰਿਹਾ। ਉਸ ਸਮੇਂ ਇਹ ਬੇਨਤੀ ਕੀਤੀ, ਮਹਾਰਾਜ ਫਿਰ ਦੱਸੋ ਆਪ ਜੀ ਤੋਂ ਬਿਨਾ ਕਿਹਦੇ ਅੱਗੇ ਪੁਕਾਰ ਕਰੀਏ ਜੀ। ਇਸ ਸੰਸਾਰ ਦੀ ਹਾਲਤ ਹੀ ਐਸੀ ਬਣੀ ਹੋਈ ਹੈ ਜੀ, ਇੱਥੇ ਕੋਈ ਵੀ ਸਦੀਵੀ ਰਹਿਣ ਵਾਲਾ ਨਹੀਂ ਹੈ। ਆਪ ਜੀ ਦਾ ਪਾਵਨ ਉਪਦੇਸ਼ ਜਿਸ ਸਮੇਂ ਸੁਣਨਾ ਕੀਤਾ ਕਿ ਗੋਇਲ ਆਇਆ ਗੋਇਲੀ, ਕਿਆ ਤਿਸ ਡੰਮ ਪਸਾਰ, ਮੁਹਲਤ ਪੰਨੀ ਚੱਲਣਾ ਤੂੰ ਸੰਭਲ ਕਰ ਬਾਰ। ਜਦੋਂ ਇਹ ਪਾਵਨ ਉਪਦੇਸ਼ ਸਰਵਣ ਕੀਤੇ ਪਾਤਸ਼ਾਹ ਜੀ ਇਹ ਚਿੱਤ ਘਬਰਾ ਗਿਆ ਹੈ, ਕਿੱਥੇ ਜਾ ਕਰਕੇ ਆਪ ਜੀ ਤੋਂ ਬਿਨਾ ਪੁਕਾਰ ਕਰੀਏ। ਅਥਵਾ ਮਾਤਾ ਜੀ ਕਹਿ ਰਹੇ ਨੇ, ਹੇ ਪਤੀ ਸਤਿਗੁਰੂ ਸਾਹਿਬ ਜੀਓ, ਆਪ ਜੀ ਤੋਂ ਬਿਨਾ ਇਹ ਪੁਕਾਰ ਬੇਨਤੀ ਕਿੱਥੇ ਕਰੀਏ ਜੀ। ਦੁਖ ਵਿਸਾਰਨ ਸੇਵਿਆ। ਸੋ ਆਪ ਜੀ ਵੀ ਦੁੱਖਾਂ ਦੇ ਵਿਸਾਰਨ ਹਾਰੇ ਹੋ, ਅਥਵਾ ਜੋ ਉਹ ਪਰਮੇਸ਼ਰ ਵਾਹਿਗੁਰੂ ਦੁੱਖਾਂ ਨੂੰ ਵਿਸਾਰਨ ਵਾਲਾ ਹੈ ਉਸ ਨੂੰ ਸੇਵਨਾ ਕਰੀਏ। ਸਦਾ ਸਦਾ ਦਾਤਾਰ। ਜੋ ਸਦਾ ਸਦਾ ਵਾਸਤੇ ਦਾਤਾਂ ਦੇਣ ਵਾਲਾ, ਸਦੀਵੀ ਦਾਤਾਂ ਦੇਣ ਵਾਲਾ ਹੈ। ਕੋਈ ਅਜਿਹਾ ਸਮਾਂ ਨਹੀਂ ਜਿਸ ਸਮੇਂ ਉਹ ਅਕਾਲ ਪੁਰਖ ਵਾਹਿਗੁਰੂ ਦਾਤਾਂ ਨਹੀਂ ਦਿੰਦਾ। ਅਥਵਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਤੀ ਸਤਿਗੁਰੂ ਸਾਹਿਬ ਜੀਓ, ਤੁਸੀਂ ਤੇ ਸਦਾ ਹੀ ਦਾਤਾਂ ਦੇਣ ਵਾਲੇ ਹੋ। ਆਪ ਜੀ ਦਾ ਨਾਮਕਰਨ ਵੀ ਜਿਸ ਸਮੇਂ ਪੰਡਤ ਹਰਦਿਆਲ ਜੀ ਨੇ ਕੀਤਾ ਹੈ ਪਿਤਾ ਸਤਿਗੁਰੂ ਸਾਹਿਬ ਜੀਓ, ਉਸ ਸਮੇਂ ਬਚਨ ਹੀ ਇਹੋ ਕੀਤੇ ਸਨ ਕਿ ਇਹ ਕਦੀ ਵਾਸਤੇ ਅੱਕਣਗੇ ਤੇ ਥੱਕਣਗੇ ਨਹੀਂ। ਸੋ ਆਪ ਜੀ ਦੇ ਪਾਵਨ ਨਾਮ ਵਿੱਚੋਂ, ਨਾਨਕ ਨਾਮ ਵਿੱਚੋਂ ਅਰਥ ਹੀ ਇਹੋ ਵਿਦਵਾਨਾਂ ਨੇ ਕੱਢੇ ਹਨ ਕਿ ਨਾ ਅੱਕ ਨਾ ਥੱਕ। ਆਪ ਜੀ ਨਾ ਹੀ ਅੱਕਦੇ ਹੋ ਉਪਦੇਸ਼ ਦਿੰਦੇ ਹੋਏ, ਨਾ ਹੀ ਥੱਕਦੇ ਹੋ। ਆਪ ਜੀ ਤੇ ਕਿਰਪਾ ਦੇ ਘਰ ਵਿੱਚ ਆਣ ਕਰਕੇ ਜਿਸ ਸਮੇਂ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਰੂਪ ਨਾਮ ਆਪ ਜੀ ਨੇ ਰਖਾ ਲੈਣਾ ਕੀਤਾ ਹੈ। ਕਿਰਪਾਲੂ ਜੀ ਏਡੀ ਕਿਰਪਾ ਦੇ ਘਰ ਵਿੱਚ ਆਏ, ਜਦੋਂ 10 ਜਾਮੇ ਆਪ ਜੀ ਨੇ ਪਹਿਨਣਾ ਕੀਤੇ, ਉਹ ਜੋ ਉਸ ਸਮੇਂ ਤੇ ਕੁਝ ਸਮਾਂ ਆਪ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰਕੇ ਫਿਰ ਆਗਾਹ ਚਾਲਾ ਕਰ ਦਿੰਦੇ ਸੀ। ਪਰ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ, ਆਪ ਜੀ ਨੇ ਏਡੀ ਵੱਡੀ ਬਖਸ਼ਿਸ਼ ਰਹਿਮਤ ਕੀਤੀ, ਜਿਸ ਸਮੇਂ ਨਾਮ ਗੁਰੂ ਗ੍ਰੰਥ ਸਾਹਿਬ ਰਖਾ ਲਿਆ, ਬਚਨ ਕਰ ਦਿੱਤੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ, ਖੋਜ ਸ਼ਬਦ ਮੈਂ ਲੇਹ। ਜਦੋਂ ਇਹ ਬਚਨ ਕੀਤੇ ਉਸ ਦਿਨ ਤੋਂ ਆਪ ਜੀ ਨੇ ਬਖਸ਼ਿਸ਼ ਕੀਤੀ। ਗੁਰਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਇੱਕ ਦੋ ਘੜੀਆਂ ਨਾਲ ਨਹੀਂ ਸਰਦਾ, ਆਪ ਕਿਰਪਾ ਕਰੋ 48 ਘੰਟਿਆਂ ਤੱਕ ਪਾਵਨ ਉਪਦੇਸ਼ ਦਵੋ।
ਆਪ ਜੀ ਕਿਰਪਾ ਦੇ ਘਰ ਵਿੱਚ ਆ ਕਰਕੇ 48 ਘੰਟੇ ਨਿਰੰਤਰ ਉਪਦੇਸ਼ ਸਾਨੂੰ ਬਖਸ਼ ਰਹੇ ਹੋ। ਇਸ ਕਰਕੇ ਆਪ ਜੀ ਇਹ ਉਪਦੇਸ਼ ਰੂਪੀ ਦਾਤ ਵੀ ਸਦੀਵੀ ਦੇਣ ਵਾਲੇ ਹੋ। ਫਿਰ ਇਸੇ ਤਰੀਕੇ ਦੇ ਨਾਲ 4 ਪਦਾਰਥ ਧਰਮ ਅਰਥ ਕਾਮ ਮੋਖ, ਇਹ ਵੀ ਜਿਹੜੇ ਚਾਰੇ ਪਦਾਰਥ ਰੂਪੀ ਦਾਤਾਂ ਹਨ, ਇਹ ਵੀ ਆਪ ਜੀ ਦੀ ਪਾਵਨ ਸਾਧ ਸੰਗਤ ਵਿੱਚੋਂ ਪ੍ਰਾਪਤ ਹੋ ਰਹੀਆਂ ਹਨ। ਆਪ ਜੀ ਐਸੇ ਦਾਤੇ ਹੋ ਜੀ। ਸਾਹਿਬ ਮੇਰਾ ਨੀਤ ਨਵਾ। हे ਕਿਰਪਾਲੂ ਜੀ, ਆਪ ਜੀ ਸਦਾ ਵਾਸਤੇ ਨਿਤ ਨਵਾਂ ਸਰੂਪ ਨਵੇਂ ਕੌਤਕ ਕਰਨ ਵਾਲੇ ਹੋ ਜੀ। ਸਦਾ ਸਦਾ ਦਾਤਾਰ। ਸਦਾ ਸਦਾ ਦਾਤਾਂ ਨੂੰ ਦੇਣ ਵਾਲੇ ਹੋ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਅਨ ਦਿਨ ਸਾਹਿਬ ਸੇਵੀਐ। ਬੇਨਤੀ ਕੀਤੀ ਸੀ ਨਾ ਮਾਤਾ ਜੀ ਨੇ ਕਿ ਮਹਾਰਾਜ ਕਿਸ ਤਰੀਕੇ ਦੇ ਨਾਲ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਹੁਣ ਅਗਲੀ ਪੌੜੀ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਇਹ ਸਾਡੀ ਕਾਮਣੀ ਇਸਤਰੀ, ਇਹ ਸੁਲੱਖਣੀ ਜੀ, ਸੁਣਨਾ ਕਰੋ ਕਿਸ ਤਰੀਕੇ ਦੇ ਨਾਲ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਬਖਸ਼ਿਸ਼ ਕਰਦੇ ਹਨ ਕਿ ਅਨ ਦਿਨ ਸਾਹਿਬ ਸੇਵੀਏ। ਅਨ ਦਿਨ ਦਿਨ ਪਰ ਰਾਤ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਕਰੀਏ। ਭਾਈ ਸਦੀਵ ਕਾਲ ਉਹ ਪਰਮੇਸ਼ਰ ਵਾਹਿਗੁਰੂ ਨੂੰ, ਸੋ ਗੁਰੂ ਕੇ ਸਿੱਖ ਨੂੰ ਚੇਤੇ ਰੱਖਣਾ ਚਾਹੀਦਾ ਹੈ। ਤਾਈਓ ਤੇ ਬਚਨ ਕੀਤੇ ਹਨ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਆਉਂਦੇ ਜਾਂਦੇ ਸਵਾਸਾਂ ਦੁਆਰਾ ਉਹ ਪਰਮੇਸ਼ਰ ਵਾਹਿਗੁਰੂ ਦੀ ਸੰਭਾਲ ਕਰਨਾ ਕਰ। ਕੋਈ ਵੀ ਸਾਹ ਤੇਰਾ ਜਿਹੜਾ ਹੈ ਉਹ ਖਾਲੀ ਨਾ ਚਲਿਆ ਜਾਵੇ। ਸੋ ਇਸ ਤਰੀਕੇ ਦੇ ਨਾਲ ਅਣਦਿਨ ਸਾਹਿਬ ਸੇਵੀਏ। ਮਹਾਂਪੁਰਖਾਂ ਨੇ ਹੋਰ ਵੀ ਇਸੇ ਤਰੀਕੇ ਨਾਲ ਸਮਝਾਉਣਾ ਕੀਤਾ ਹੈ। ਦਿਨ ਪਰ ਰਾਤ ਕਿਉਂ ਉਸ ਪਰਮੇਸ਼ਰ ਵਾਹਿਗੁਰੂ ਨੂੰ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਉਸ ਦਾ ਕਾਰਨ ਹੈ, ਕਹਿੰਦੇ ਜੇ ਭਲਾ ਵਕਾਰ ਨਾ ਵੀ ਛੁੱਟਣ ਫਿਰ ਵੀ ਅੰਤ ਸਮੇਂ ਉਹ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕੀਤਾ ਹੋਇਆ ਹੈ, ਜਿਸ ਸਮੇਂ ਤੂੰ ਚੇਤੇ ਵਿੱਚ ਸਿਮਰਨ ਵਿੱਚ ਜੁੜਿਆ ਹੋਵੇਂਗਾ, ਸੋ ਉਸ ਸਮੇਂ ਅੰਤ ਸਮੇਂ ਤੇਰਾ ਕਲਿਆਣ ਰੂਪ ਹੋ ਕਰਕੇ ਇਹ ਸੁਖਕਾਰੀ ਹੋ ਕਰਕੇ ਤੈਨੂੰ ਪ੍ਰਾਪਤ ਹੋ ਜਾਵੇਗਾ। ਐਸਾ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ ਕਿਉਂ ਅੰਤ ਕਾਲ। ਸੋ ਪਰਮੇਸ਼ਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਵਸੈ। ਜਿਹੜਾ ਅੰਤ ਕਾਲ ਨਾਰਾਇਣ ਸਿਮਰੈ ਵਾਹਿਗੁਰੂ, ਅੰਤ ਕਾਲ ਦੇ ਸਮੇਂ ਜਿਹੜਾ ਨਾਰਾਇਣ ਪਰਮੇਸ਼ਰ ਵਾਹਿਗੁਰੂ ਨੂੰ ਚੇਤੇ ਕਰਦਾ ਹੈ ਉਹ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ। ਐਸੇ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ। ਭਾਈ ਅਣਦਿਨ ਸਾਹਿਬ ਸੇਵੀਏ। ਅਣਦਿਨ ਦਿਨ ਪਰ ਰਾਤ ਉਹ ਪਰਮੇਸ਼ਰ ਵਾਹਿਗੁਰੂ ਨੂੰ ਸੇਵਨਾ ਕਰੇ, ਸਿਮਰਨ ਕਰੇ ਜੇ। ਅੰਤ ਛਡਾਏ ਸੋਏ। ਕੀ ਜੀ ਅੰਤ ਨੂੰ ਉਹ ਪਰਮੇਸ਼ਰ ਵਾਹਿਗੁਰੂ ਜਮਾਂ ਦੀ ਮਾਰ ਤੋਂ ਛਡਾ ਲੈਣਾ ਕਰੇਗਾ। ਅੰਤ ਨੂੰ ਫਿਰ ਜਮਾਂ ਦੀ ਮਾਰ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਨਹੀਂ ਪਵੇਗੀ। ਕਿਉਂ? 3 ਮੁਖ ਟਿੱਕੇ ਨਿਕਲੇ, ਉਹਨਾਂ ਦੇ ਮੁਖ ਉੱਪਰ ਜਸ ਰੂਪੀ ਟਿੱਕੇ ਨਿਕਲ ਆਉਂਦੇ ਹਨ। ਵਡਿਆਈ ਰੂਪੀ ਟਿੱਕੇ ਉਹਨਾਂ ਦੇ ਪਾਵਨ ਮਸਤਕ ਉੱਪਰ ਨਿਕਲ ਆਉਂਦੇ ਹਨ। ਜਿਹੜੇ ਗੁਰਮੁਖ ਨਾਮ ਅਭਿਆਸੀ ਹਨ, ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਸਿਮਰਨ ਕਰਨ ਵਾਲੇ ਹਨ, ਉਹਨਾਂ ਦੇ ਦੀਦਾਰ ਕਰਨੇ ਤੇ ਭਾਈ 4 ਪਦਾਰਥ ਸੁਤੇ ਪ੍ਰਾਪਤ ਹੋ ਜਾਂਦੇ ਹਨ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਉਹਦਾ ਸੇਵਨ, ਉਹਦਾ ਸਿਮਰਨ ਕਰ ਗੁਰੂ ਕੈ ਸਿੱਖਾ। ਜੇ ਬੇਨਤੀ ਇਹ ਕਰ ਰਹੇ ਅਥਵਾ ਮਾਤਾ ਜੀ ਨੂੰ ਉਪਦੇਸ਼ ਦੇ ਰਹੇ ਹਨ ਕਿ ਇੱਕੋ ਹੀ ਕਾਰਨ ਹੈ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੀ, ਹੋਰ ਕੋਈ ਕਾਰਨ ਨਹੀਂ ਹੈ ਜਿਹੜਾ ਇਸ ਸੰਸਾਰ ਤੋਂ ਪ੍ਰਾਣੀ ਨੂੰ ਬਚਾ ਸਕਦਾ ਹੋਵੇ। ਇੱਕ ਸਿਮਰਨ ਪਰਮੇਸ਼ਰ ਵਾਹਿਗੁਰੂ ਦਾ ਹੈ, ਇੱਕ ਨਾਮ ਸਿਮਰਨ ਅਭਿਆਸ ਜੋ ਹੈ ਜਿਹੜਾ ਚਿੰਤਨ ਕਰਨਾ ਉਸ ਦਾ, ਉਹੋ ਹੀ ਛਡਾ ਸਕਦਾ ਜਮਾਂ ਤੋਂ, ਹੋਰ ਕੋਈ ਕਾਰਨ ਨਹੀਂ ਹੈ ਜੀ। ਸੁਣ ਸੁਣ ਮੇਰੀ ਕਾਮਣੀ। ਇਹ ਸੁਣਨਾ ਕਰੋ। ਮਾਤਾ ਜੀ ਦੇ ਤਾਂ ਹੀ ਬਚਨ ਕਰ ਰਹੇ ਨੇ, ਮੇਰੀ ਕਾਮਣੀ ਇਸਤਰੀ। ਸੋ ਸੁਲੱਖਣੀ ਜੀ ਸੁਣਨਾ ਕਰੋ। ਪਾਰ ਉਤਾਰਾ ਹੋਏ। ਇਵੇਂ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਹੋਰ ਕੋਈ ਵੀ ਤਰੀਕਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਪਾਰ ਉਤਾਰਾ ਹੋ ਜਾਵੇ ਜੀ। ਦਇਆਲ ਤੇਰਾ ਨਾਮ ਤਰਾ। ਸੋ ਨਾਲ ਬੇਨਤੀ ਕਰੇ ਹੈ ਅਕਾਲ ਪੁਰਖ ਦਿਆਲੂ ਸਤਿਗੁਰੂ ਸਾਹਿਬ ਜੀ ਹੈ ਦਇਆ ਦੇ ਆਲੇ ਘਰ ਜੀਓ। ਇੱਕ ਆਪ ਜੀ ਦਾ ਨਾਮ ਹੀ ਹੈ ਜਿਸ ਦੇ ਨਾਲ ਤਰਿਆ ਜਾ ਸਕਦਾ ਹੈ। ਸੋ ਇਹ ਨਾਮ ਰੂਪੀ ਜਹਾਜ਼ ਬੇੜਾ ਸਤਿਗੁਰੂ ਸਾਹਿਬ ਜੀ ਨੇ ਬਣਾਇਆ ਹੋਇਆ ਹੈ। ਇਹ ਨਾਮ ਬੋਹਿਤ ਹੈ ਕਲਯੁਗ ਦੇ ਅੰਦਰ, ਬੋਹਿਤ ਨਾਮ ਬੇੜੇ ਕਾ ਹੈ। ਬੇੜਾ ਹੈ ਸੁੰਦਰ ਜੋ ਸਤਿਗੁਰੂ ਸਾਹਿਬ ਜੀ ਨੇ ਇਹ ਸੰਸਾਰ ਸਮੁੰਦਰ ਤੇ ਬਣਾਇਆ ਹੋਇਆ ਹੈ।
ਜਿਹੜਾ ਇਸ ਬੇੜੇ ਦਾ ਸਵਾਰ ਹੋ ਜਾਵੇਗਾ ਭਾਈ, ਜਿਹਨੂੰ ਸਾਡੇ ਬਜ਼ੁਰਗ ਧਾਰਨਾ ਰੂਪ ਚ ਪੜਿਆ ਕਰਦੇ ਸਨ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿੰਨਾ ਪਾਰ ਲੰਘਣਾ। ਇਹ ਨਾਮ ਰੂਪੀ ਬੇੜਾ, ਵਾਹਿਗੁਰੂ ਮੰਤਰ ਰੂਪੀ ਬੇੜਾ ਸਤਿਗੁਰੂ ਸਾਹਿਬ ਜੀ ਨੇ ਠੱਲ ਦਿੱਤਾ ਇਸ ਸਮੁੰਦਰ ਦੇ ਵਿੱਚ। ਇਹ ਮੂਲ ਮੰਤਰ ਰੂਪੀ ਬੇੜਾ ਠੱਲ ਦਿੱਤਾ ਹੈ। ਇਹ ਭਾਈ 5 ਬਾਣੀਆਂ ਸਵੇਰੇ ਤੇ 2 ਬਾਣੀਆਂ ਰਾਤ ਨੂੰ, ਸੋ ਸ਼ਾਮ ਨੂੰ 1 ਤੇ 1 ਰਾਤ ਨੂੰ, ਇਹ 7 ਬਾਣੀਆਂ ਰੂਪੀ ਬੇੜਾ ਬਣਾ ਦਿੱਤਾ ਹੈ। ਸੋ ਜਿਹੜਾ ਇਸ ਬੇੜੇ ਤੇ ਚੜ ਜਾਵੇਗਾ ਸੋ ਉਸ ਦਾ ਪਾਰ ਉਤਾਰਾ ਹੋ ਜਾਵੇਗਾ। ਸੋ ਇਹਦੀ ਟਿਕਟ ਲੈਣ ਲਈ ਕੀ ਕਰਨਾ ਪਵੇਗਾ ਭਾਈ? 5 ਕਕਾਰਾਂ ਦੀ ਰਹਿਤ ਦੇ ਧਾਰਨੀ ਹੋਣਾ ਪਵੇਗਾ। ਜਿਹੜਾ ਇਸ ਪੂਰਨ ਮਰਿਆਦਾ ਦੇ ਨਾਲ ਜੁੜ ਜਾਵੇਗਾ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹਦਾ ਪਾਰ ਉਤਾਰਾ ਕਦੇ ਚਿੱਤ ਵੀ ਕੋਈ ਵੀ ਕਾਰਨ ਜਿਹੜਾ ਨਹੀਂ ਰੋਕਿਆ ਜਾ ਸਕਦਾ। ਐਸਾ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੋ ਸਤਿਗੁਰੂ ਸਾਹਿਬ ਜੀ ਦੇ ਨਾਮ ਦੁਆਰਾ ਹੀ ਤਰਿਆ ਜਾ ਸਕਦਾ ਹੈ। ਇਹੋ ਹੀ ਪਾਵਨ ਬੇੜਾ ਬਣਾਇਆ ਹੋਇਆ, ਨਾਮ ਰੂਪੀ ਬਹੁਤ ਜਹਾਜ਼ ਬਣਾ ਦਿੱਤਾ ਹੈ ਸਤਿਗੁਰੂ ਸਾਹਿਬ ਜੀ ਨੇ। ਜਿਵੇਂ ਸੋ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕਰਕੇ ਭਾਈ ਅਨੇਕਾਂ ਦਾ ਉਦਾਰ ਹੋਇਆ, ਤੇਰਾ ਵੀ ਹੋ ਜਾਵੇਗਾ। ਸਤ ਕੁਰਬਾਨ ਜਾਓ, ਉਸ ਪਰਮੇਸ਼ਰ ਵਾਹਿਗੁਰੂ ਤੋਂ ਸਦਾ ਵਾਸਤੇ ਗੁਰਦੇਵ ਕਹਿੰਦੇ ਕੁਰਬਾਨ ਜਾਣਾ ਕਰ ਭਾਈ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਸਰਬੰ ਸਾਚਾ ਏਕ ਹੈ। ਕੈਸਾ ਹੈ ਜੀ? ਉਹ ਸਾਰਿਆਂ ਹੀ ਥਾਵਾਂ ਤੇ ਇੱਕ ਪਰਿਪੂਰਨ ਪ੍ਰਮਾਤਮਾ ਹੈ, ਦੂਸਰਾ ਕੋਈ ਨਹੀਂ। ਜਿੱਥੇ ਕਿੱਥੇ ਵੀ ਵੇਖਦੇ ਹਾਂ ਜਮੀਨ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਜਿੱਥੇ ਕਿੱਥੇ ਵੀ ਵੇਖਦੇ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਜੋਤ ਹੀ ਸੁਭਾਏਮਾਨ ਹੋ ਰਹੀ ਹੈ। ਦੂਸਰਾ ਉਹਦੇ ਤੋਂ ਬਿਨਾ ਕੋਈ ਦਿਸਦਾ ਹੀ ਨਹੀਂ ਹੈ ਜੀ। ਸਾਰਿਆਂ ਥਾਵਾਂ ਤੇ ਮਹਾਰਾਜ ਕਹਿੰਦੇ ਉਹ ਇੱਕੋ ਹੀ ਹੈ ਜੀ। ਦੂਜਾ ਨਾਹੀ ਕੋਈ, ਸ਼ੱਕ ਕਰੋ ਜੇ ਦੂਸਰ ਹੋਏ। ਸੋ ਦੂਜਾ ਹੋਰ ਕੋਈ ਨਹੀਂ ਹੈ। ਉਹਦਾ ਇਹੋ ਹੀ ਗੁਣ ਹੈ ਨਾ ਕਿ ਗੁਣ ਇਹੋ ਹੋਰ ਨਾਹੀ ਕੋਈ। ਉਹਦਾ ਵੱਡੇ ਤੋਂ ਵੱਡਾ ਗੁਣ ਇਹੋ ਹੈ, ਉਹਦੇ ਵਰਗਾ ਹੋਰ ਕੋਈ ਹੈ ਹੀ ਦੂਸਰਾ ਨਹੀਂ ਹੈ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਜੈਸਾ ਸਤਿਗੁਰੂ ਸਾਹਿਬ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਹੋ, ਜਿਵੇਂ ਆਮ ਸੰਸਾਰੀ ਲੋਕਾਂ ਦੀ ਉਪਮਾ ਵਡਿਆਈ ਕੀਤੀ ਜਾ ਸਕਦੀ ਹੈ ਕਿ ਫਲਾਣਾ ਬਾਦਸ਼ਾਹ ਜਿਹੜਾ ਹੈ ਉਹ ਫਲਾਣੇ ਬਾਦਸ਼ਾਹ ਵਾਂਗ ਰਾਜ ਕਰਦਾ, ਕੋਈ ਕਿਸੇ ਵਰਗਾ ਉਹਦਾ ਜਿਹੜਾ ਚਿਹਰਾ ਮੋਹਰਾ ਕਿਸੇ ਵਰਗਾ ਭਾਸਦਾ ਹੈ। ਪਰ ਸਤਿਗੁਰੂ ਸਾਹਿਬ ਜੀ ਆਪ ਜੀ ਤੋਂ ਬਿਨਾ ਕੋਈ ਐਸਾ ਹੈ ਜਿਹੜਾ ਸਾਰਿਆਂ ਹੀ ਥਾਵਾਂ ਤੇ ਇੱਕ ਸੱਚ ਸਰੂਪ ਹੋਵੇ, ਸਾਰਿਆਂ ਥਾਵਾਂ ਦੇ ਉੱਤੇ ਪਰਿਪੂਰਨ ਹੋਵੇ। ਆਪ ਜੀ ਤੋਂ ਬਿਨਾ ਦੂਸਰਾ ਹੈ ਹੀ ਕੋਈ ਨਹੀਂ ਉਸ ਪਰਮੇਸ਼ਰ ਵਾਹਿਗੁਰੂ ਦੀ। ਅਥਵਾ ਜੇ ਕੋਈ ਜਗਿਆਸੂ ਕਹਿ ਦੇਵੇ ਮਹਾਰਾਜ ਮੈਂ ਸਿਮਰਨ ਕਿਉਂ ਕਰਾਂ ਜੀ, ਕਾਰਨ ਕੀ, ਮੈਨੂੰ ਸਿਮਰਨ ਕਰਨ ਦੀ ਕੀ ਜ਼ਰੂਰਤ ਹੈ? ਗੁਰਦੇਵ ਕਹਿੰਦੇ ਸੱਜਣਾ ਫਿਰ ਉਸ ਤੋਂ ਬਿਨਾ ਦੂਸਰਾ ਤੇ ਹੈ ਹੀ ਕੋਈ ਨਹੀਂ। ਜਿੱਥੇ ਵੀ ਜਾਵੇਂਗਾ ਉੱਥੇ ਉਹ ਪਰਮੇਸ਼ਰ ਵਾਹਿਗੁਰੂ ਦੀ, ਜਾਂ ਜਿਵੇਂ ਕਹਿ ਲਈਏ ਜਿਤਨੇ ਧਰਮ ਹਨ ਸੰਸਾਰ ਦੇ ਅੰਦਰ, ਸਾਰੇ ਹੀ ਧਰਮ ਇੱਕੋ ਹੀ ਉਪਦੇਸ਼ ਕਰਦੇ ਨੇ, ਨਾਮ ਸਿਮਰਨ ਅਭਿਆਸ। ਜਿਹਦੇ ਪਾਸ ਵੀ ਜਾਓਗੇ ਉਹ ਇਹੋ ਕਹੂਗਾ ਕਿ ਭਾਈ ਬੰਦਗੀ ਤੈਨੂੰ ਜ਼ਰੂਰ ਕਰਨੀ ਪਵੇਗੀ। ਹਾਂ ਤੈਨੂੰ ਆਪਣੇ ਧਰਮ ਦੇ ਵਿੱਚ ਸਾਡੇ ਤੂੰ ਆ ਸਕਦਾ ਹੈ, ਪਰ ਜੇ ਤੂੰ ਆਖੇ ਕਿ ਕੇਵਲ ਧਰਮ ਧਾਰਨ ਕਰਨ ਦੇ ਨਾਲ, ਕਿਸੇ ਧਰਮ ਦਾ ਚੋਲਾ ਪਹਿਨਣ ਦੇ ਨਾਲ ਤੇਰੀ ਮੁਕਤੀ ਹੋ ਜਾਵੇਗੀ, ਤੇ ਬਿਲਕੁਲ ਨਹੀਂ। ਅੱਛਾ ਜੀ ਕਿਵੇਂ? ਕੁਝ ਨਿਯਮ ਹਨ ਧਰਮ ਦੇ, ਉਹਨਾਂ ਦੀ ਪਾਲਣਾ ਤੇ ਨਾਲ ਦੇ ਨਾਲ ਤੈਨੂੰ ਬੰਦਗੀ ਭਗਤੀ ਜ਼ਰੂਰ ਕਰਨੀ ਪਵੇਗੀ। ਸਾਰਿਆਂ ਥਾਵਾਂ ਤੇ ਉਹ ਪਰਮੇਸ਼ਰ ਵਾਹਿਗੁਰੂ ਨੇ ਇੱਕੋ ਹੀ ਰਸਤਾ ਬਣਾਇਆ ਹੋਇਆ। ਇੱਕੋ ਹੀ ਰਸਤਾ ਕੀ ਹੈ? ਨਾਮ ਸਿਮਰਨ ਅਭਿਆਸ ਦਾ। ਦੂਸਰਾ ਰਸਤਾ ਬਣਾਇਆ ਹੀ ਕੋਈ ਨਹੀਂ ਹੈ। ਕਿਉਂ? ਸਾਰਿਆਂ ਥਾਵਾਂ ਤੇ ਇੱਕ ਨਾਮ, ਉਹਦਾ ਸੱਚਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ, ਉਸ ਤੋਂ ਬਿਨਾ ਦੂਸਰਾ ਹੈ ਹੀ ਕੋਈ ਨਹੀਂ ਜੀ। ਤਾ ਕੀ ਸੇਵਾ ਸੋ ਕਰੇ। ਮਹਾਰਾਜ ਜੀ ਫਿਰ ਮੇਰਾ ਵੀ ਬੜਾ ਚਿੱਤ ਦਾ ਉਛਾਲਾ ਆਇਆ, ਮੈਂ ਸੇਵਾ ਕਰ ਲਵਾਂ। ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਉਹ ਕਰਦਾ ਹੈ ਜੀ ਜਾ ਕਉ ਨਦਰ ਕਰੇ। ਜਿਨ੍ਹਾਂ ਤੇ ਉਸ ਦੀ ਪਾਵਨ ਦਇਆ ਦ੍ਰਿਸ਼ਟੀ ਹੋ ਜਾਂਦੀ, ਜਿਨ੍ਹਾਂ ਤੇ ਬਖਸ਼ਿਸ਼ ਕਰਨ ਤੇ ਆਏ ਹਨ, ਉਹਨਾਂ ਤੋਂ ਦਇਆ ਕਰਕੇ ਆਪ ਹੀ ਆਪਣੇ ਦਰ ਦੀ ਸੇਵਾ ਲੈ ਲਈ ਹੈ। ਆਪ ਹੀ ਕਿਰਪਾ ਕੀਤੀ, ਆਪ ਹੀ ਰਹਿਮਤ ਕਰਕੇ ਸੇਵਾ ਲਈ। ਜਿਵੇਂ ਜਿਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਸੇਵਾ ਪਰ ਆਰੰਭ ਕਰਾਈ ਹੈ ਗੁਰੂ ਕੇ ਸਿੱਖੋ, ਸੋ ਉਸ ਸਮੇਂ ਬੜਾ ਸੁੰਦਰ ਭੱਠ ਤਿਆਰ ਕੀਤਾ ਗਿਆ ਇੱਟਾਂ ਪਕਾਉਣ ਲਈ।
ਸੋ ਜਿਹੜਾ ਪਠਿਆਰਾ ਸੀ ਉਹ ਇੱਟਾਂ ਨੂੰ ਪਕਾਉਣ ਵਾਲਾ ਕਹਿਣ ਲੱਗਾ ਜੇ ਇਹਦੇ ਵਿੱਚ ਸੋ ਸ਼ਹਿਰ ਦਾ ਜਿਤਨਾ ਘਟਾ ਹੈ ਇਹ ਇਕੱਠਾ ਕਰਕੇ ਪਾਇਆ ਜਾਵੇ ਤੇ ਇੱਟਾਂ ਸੁੰਦਰ ਬਣਦੀਆਂ। ਧੰਨ ਗੁਰੂ ਕੇ ਸਿੱਖ ਭਾਈ ਬਹਿਲੋ ਜੀ ਸਮੇਂ ਸਿਰ ਜਾ ਕਰਕੇ ਉਹ ਸਾਰੇ ਹੀ ਸ਼ਹਿਰ ਦਾ ਘਟਾ ਜਿੰਨਾ ਕੂੜਾ ਇਕੱਠਾ ਕਰਕੇ ਲਿਆ ਕੇ ਤੇ ਉਸ ਭੱਠ ਵਿੱਚ ਲਿਆ ਕਰਕੇ ਪਾਉਂਦੇ ਹਨ। ਐਵੇਂ ਨਹੀਂ, ਇੰਨੀ ਵੱਡੀ ਘਾਲਣਾ ਸੇਵਾ ਘਾਲਣਾ ਕੀਤੀ ਸਾਰੇ ਸ਼ਹਿਰ ਦਾ। ਸੋ ਭਾਈ ਕੂੜਾ ਇਕੱਠਾ ਕਰਨਾ ਸੌਖੀ ਬਾਤ ਨਹੀਂ, ਸਾਰਾ ਇਕੱਠਾ ਕਰਕੇ ਲਿਆ ਕੇ ਤੇ ਉਹ ਭੱਠ 'ਚ ਪਾਉਣਾ। ਜਿਸ ਸਮੇਂ ਇੱਟਾਂ ਬੜੀਆਂ ਸੁੰਦਰ ਲਾਲ ਨਿਕਲੀਆਂ ਤਾਂ ਗੱਲ ਨੂੰ ਲਾ ਕੇ ਆਖਿਆ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ ਤਾਂ ਇਹ ਬਚਨ ਹੋਏ। ਆਪ ਸਤਿਗੁਰੂ ਸਾਹਿਬ ਜੀ ਨੇ ਆਪਣੀ ਸੇਵਾ ਕਰਾਈ ਹੈ। ਜਿਵੇਂ ਸਾਹਿਬ ਬਾਬਾ ਬਿਧੀ ਚੰਦ ਜੀ ਪਾਸੋਂ ਆਪ ਆਪਣੇ ਘਰ ਦੀ ਸੇਵਾ ਲੈ ਕਰਕੇ ਫਿਰ ਗਲਵਕੜੀ ਵਿੱਚ ਲੈ ਕਰਕੇ ਕਿਹਾ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਐਵੇਂ ਨਹੀਂ ਬਣੇ, ਪਹਿਲਾਂ ਸੇਵਾ ਕੀਤੀ ਹੈ। ਐਸੀ ਜੋ ਉਹ ਸਤਿਗੁਰੂ ਸਾਹਿਬ ਜੀ ਦੀ ਪਾਵਨ ਸੇਵਾ ਹੈ। ਜਿਹੜੀ ਸੇਵਾ ਕਿਹੜੀ ਸੇਵਾ ਜੀ ਜਿਨ੍ਹਾਂ ਤੇ ਆਪ ਦਇਆ ਦ੍ਰਿਸ਼ਟੀ ਕਰਕੇ ਸਾਹਿਬ ਬਾਬਾ ਮਰਦਾਨਾ ਜੀ ਵਾਂਗ ਜਿਨ੍ਹਾਂ ਨੂੰ ਇੱਥੋਂ ਤੱਕ ਬਚਨ ਕੀਤੇ ਤੁਹਾਡੇ ਬਿਨਾਂ ਸਾਡਾ ਇੱਕ ਪਲ ਵੀ ਨਹੀਂ ਸਰਦਾ। ਆਪਣੀ ਦਇਆ ਦ੍ਰਿਸ਼ਟੀ ਕਰਕੇ ਆਪਣੇ ਦਰ ਦੇ ਘਰ ਦੀ ਸੇਵਾ ਕੀਰਤਨ ਦੀ ਸੇਵਾ ਕਰਾਉਣਾ ਕੀਤੀ। ਐਸੀ ਸੇਵਾ ਕੋਈ ਕਰੇ ਜੀ, ਕੈਸੀ ਸੇਵਾ ਕਰਨੀ ਚਾਹੀਦੀ ਹੈ ਜੇ ਕੋਈ ਪੁੱਛ ਲੇ। ਜਿਹੜੀ ਸੇਵਾ ਮਾਈ ਸੇਵਾ ਜੀ ਨੇ ਕਾਬਲ ਤੋਂ ਆਣ ਕਰਕੇ ਇਸੇ ਹੀ ਪਾਵਨ ਦਰਬਾਰ ਵਿੱਚ ਕਰਨਾ ਕੀਤੀ ਹੈ। ਕਿੱਡੀ ਵੱਡੀ ਬੰਦਗੀ ਭਗਤੀ ਹੈ। ਸੋ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਨੀ, ਉੱਥੇ ਨਾਲ ਦੇ ਨਾਲ ਘਰ ਜਿਹੜਾ ਬੱਚਾ ਬਾਲ ਪੰਗੂੜਾ ਝੂਟਦਾ ਹੈ ਟੋਕਰਾ ਹਿਲਾ ਕਰਕੇ ਉਹਦਾ ਪੰਗੂੜਾ ਵੀ ਹਿਲਾਉਣਾ। ਏਡੀ ਵੱਡੀ ਸ਼ਕਤੀ ਦੀ ਮਾਲਕ ਮਾਤਾ। ਕਾਰਨ ਕੀ ਹੈ? ਇਹ ਸ਼ਕਤੀ ਕਿੱਥੋਂ ਮਿਲੀ ਜੀ? ਜਿਹੜੀ ਬੜੀ ਔਖੀ ਬਾਤ ਅਜੋਕੇ ਸਮੇਂ 'ਚ ਬਣੀ ਹੋਈ ਹੈ ਕਿ ਪਤੀ ਦਾ ਬਚਨ ਨਹੀਂ ਮੰਨਣਾ, ਬਾਹਰੋਂ ਸੰਸਾਰੀ ਦੇ ਹਰ ਇੱਕ ਦੀ ਗੱਲ ਮੰਨ ਲੈਣੀ ਹੈ ਪਰ ਪਤੀ ਦਾ ਹੁਕਮ ਟਾਲ ਦੇਣਾ ਹੈ। ਪਰ ਮਾਤਾ ਮਾਈ ਸੇਵਾ ਦੀ ਇਹ ਬਖਸ਼ਿਸ਼ ਤਾਂ ਏਡੀ ਵੱਡੀ ਸ਼ਕਤੀ ਭਾਈ ਪ੍ਰਾਪਤ ਹੋਈ ਹੈ ਕਿ ਆਪਣੇ ਪਤੀ ਦੇ ਹੁਕਮ ਵਿੱਚ ਰਹਿ ਕਰਕੇ ਆਪਣੇ ਜੀਵਨ ਨੂੰ ਜੀਆ ਹੈ, ਤਾਂ ਏਡੀ ਵੱਡੀ ਬਖਸ਼ਿਸ਼ ਉਹਨਾਂ ਤੇ ਹੋਈ। ਉਹ ਮਾਤਾ ਜਿਨੇ ਇੱਥੇ ਆਣ ਕੇ ਸੇਵਾ ਕੀਤੀ, ਜਿਹਦੇ ਨਾਂ ਤੇ ਸੁੰਦਰ ਬਾਜ਼ਾਰ ਬਣਿਆ ਹੋਇਆ, ਐਸੀ ਸੇਵਾ ਜੇ ਕੋਈ ਕਰੇ ਭਾਈ ਜੈਸੀ ਸੇਵਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ। ਗੁਰਤਾ ਗੱਦੀ ਦਾ ਤਿਲਕ ਦੇ ਕਰਕੇ ਤੇ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਦਾ ਜੀਵਨ ਕਾਲ ਇੱਥੇ ਜਿਸ ਨੂੰ ਨਿੱਕੀ ਜੀ ਫੀਤੀ ਲੱਗ ਜਾਵੇ ਨਾ, ਉਹ ਕਹਿੰਦਾ ਭਾਈ ਸਵੇਰੇ ਸ਼ਾਮ ਆਣ ਕਰਕੇ ਮੈਨੂੰ ਮੱਥਾ ਟੇਕਿਆ ਕਰੋ। ਪਰ ਧੰਨ ਬਾਬਾ ਬੁੱਢਾ ਸਾਹਿਬ ਜੀ ਸੋ 1-2 ਵਰ੍ਹੇ ਨਹੀਂ, ਸੋ ਭਾਈ 100 ਸਾਲ ਤੱਕ ਗੁਰੂ ਘਰ ਦੀ ਸੇਵਾ ਕਰਨੀ, 100 ਸਾਲ ਤੋਂ ਵਧੇਰੇ, ਤੇ ਫਿਰ ਵੀ ਆਪਣੇ ਆਪ ਨੂੰ ਗੁਰੂ ਘਰ ਦੇ ਦਾਸ ਗੁਰੂ ਘਰ ਦੇ ਸੇਵਾਦਾਰ ਬਣਾ ਕੇ ਸੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਿੱਥੇ ਮੁੱਖ ਗ੍ਰੰਥੀ ਵਜੋਂ ਸਤਿਗੁਰੂ ਸਾਹਿਬ ਜੀ ਨੇ ਸਨਮਾਨ ਦਿੱਤਾ, ਪਰ ਫਿਰ ਵੀ ਗੁਰੂ ਘਰ ਦੇ ਸੇਵਾਦਾਰ ਹੋ ਕਰਕੇ ਬੀੜ ਸਾਹਿਬ ਵਿਖੇ ਰਹਿ ਕਰਕੇ ਗੁਰੂ ਘਰ ਦੇ ਮਾਲ ਨੂੰ ਸਾਂਭਣਾ, ਉਹਨਾਂ ਦੀ ਸੇਵਾ ਵਿੱਚ ਜੀਵਨ ਲਾਉਣਾ, ਇਹ ਹੈ ਬਾਬਾ ਬੁੱਢਾ ਸਾਹਿਬ ਜੀ। ਇਹ ਹੈ ਸੇਵਾ ਜਿਹੜੀ ਉਹ ਸੇਵਾ ਹੈ ਜਿਨ੍ਹਾਂ ਤੇ ਉਹ ਪਰਮੇਸ਼ਰ ਵਾਹਿਗੁਰੂ ਦੀ ਦਇਆ ਦ੍ਰਿਸ਼ਟੀ ਹੋਈ। ਉਹਨਾਂ ਨੇ ਏਡੀ ਮਹਾਨ ਸੇਵਾ ਘਾਲਣਾ ਕੀਤੀ ਹੈ। ਜੈਸੀ ਸੇਵਾ ਭਾਈ ਕਨ੍ਹਈਆ ਜੀ ਨੇ ਕੀਤੀ ਹੈ ਕਿ ਸਾਰਿਆਂ ਦੇ ਵਿੱਚ ਹੀ ਕਹਿ ਦੇਣਾ ਗੁਰੂ ਕੇ ਸਿੱਖੋ ਕਿ ਸਾਰਿਆਂ ਥਾਵਾਂ ਤੇ ਪਰਮੇਸ਼ਰ ਵਸਦਾ ਹੈ, ਪਰ ਵੇਖਣ ਵਾਲੀਆਂ ਅੱਖਾਂ ਭਾਈ ਕਨ੍ਹਈਆ ਸਿੰਘ ਜੀ ਦੇ ਪਾਸ ਹੀ ਨੇ, ਹੋਰ ਕਿਸੇ ਦੇ ਪਾਸ ਨਹੀਂ। ਜਿਨ੍ਹਾਂ ਨੂੰ ਦੁਸ਼ਮਣਾਂ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਣ, ਇਹ ਪਾਵਨ ਸੇਵਾ ਜਿਹੜੀ ਐਸੀ ਸੇਵਾ ਹੈ ਜਿਹੜੀ ਸੇਵਾ ਦੁਆਰਾ ਸਤਿਗੁਰੂ ਸਾਹਿਬ ਜੀ ਨੂੰ ਪ੍ਰਾਪਤ ਕਰ ਲਿਆ ਹੈ। ਜਿਨ੍ਹਾਂ ਤੇ ਦਇਆ ਕੀਤੀ ਉਹਨਾਂ ਦੇ ਪਾਸੋਂ ਕਰਾ ਲਈ ਜੀ। ਤੁਧ ਬਾਜ ਪਿਆਰੇ ਕੇਵ ਰਹਾ। ਬੇਨਤੀ ਕਰਦੇ ਨੇ ਮਾਤਾ ਜੀ, ਇਹ ਐਸੇ ਦਿਆਲੂ ਸਤਿਗੁਰੂ ਜੀ, ਆਪ ਜੀ ਤੇ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਹਾਂ? ਇਹ ਅਕਾਲ ਪੁਰਖ ਵਾਹਿਗੁਰੂ, ਅਸੀਂ ਵੀ ਬੇਨਤੀ ਕਰੀਏ ਪਾਤਸ਼ਾਹ ਜਿਹੜੇ ਇੰਨੇ ਗੁਣਾਂ ਨੂੰ ਕਰਨ ਵਾਲੇ ਹੋ, ਜਿਹੜੀਆਂ ਏਡੀਆਂ ਵੱਡੀਆਂ ਬਖਸ਼ਿਸ਼ਾਂ ਕਰਨ ਵਾਲੇ ਹੋ, ਆਪ ਜੀ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਹਾਂ ਜੀ? ਸਾ ਵਡਿਆਈ ਦੇ ਮਹਾਰਾਜ ਜੀ ਆਪ ਜੀ ਦੇ ਨਾਮ ਤੋਂ ਬਿਨਾਂ ਕਿਵੇਂ ਰਹਿ ਸਕਦੇ? ਨਹੀਂ ਰਿਹਾ ਜਾ ਸਕਦਾ। ਇਸ ਕਰਕੇ ਸਾਨੂੰ ਵੀ ਉਹ ਵਡਿਆਈ ਜਿਹੜੀ ਆਪਣੇ ਭਗਤਾਂ ਨੂੰ ਦਿੱਤੀ ਹੋਈ, ਜਿਹੜੀ ਆਪਣੇ ਸੇਵਕਾਂ ਨੂੰ ਤੁਸੀਂ ਵਡਿਆਈ ਦਿੱਤੀ ਹੈ ਨਾਮ ਸਿਮਰਨ ਅਭਿਆਸ ਦੇ, ਇਹ ਪਾਤਸ਼ਾਹ ਜੀ ਉਹ ਸਾਨੂੰ ਵੀ ਦੇਣਾ ਕਰੋ। ਮੰਗ ਕਿਉਂ ਰਹੇ ਹਾਂ? ਦੱਦਾ ਦਾਤਾ ਏਕ ਹੈ, ਇੱਕ ਦਾਤੇ ਸਤਿਗੁਰੂ ਸਾਹਿਬ ਜੀ ਤੁਸੀਂ ਹੀ ਹੋਣਾ, ਦੂਸਰਾ ਕੋਈ ਸੰਸਾਰ ਤੇ ਦਾਤਾ ਹੈ ਹੀ ਨਹੀਂ।
ਸਾਨੂੰ ਵੀ ਉਹ ਵਡਿਆਈ ਦਓ ਕਿਹੜੀ ਜੀ। ਜਿਤ ਨਾਮ ਤੇਰੇ ਲਾਗ ਰਹਾ। ਉਹ ਵਡਿਆਈ ਦਓ ਜਿਹਦੇ ਨਾਲ ਆਪ ਜੀ ਦੇ ਨਾਮ ਨਾਲ ਹੀ ਲੱਗੇ ਰਹੀਏ, ਸਾਨੂੰ ਹੋਰ ਸੰਸਾਰ ਦੇ ਧੰਦੇ ਚੰਗੇ ਹੀ ਨਾ ਲੱਗਣ। ਬਾਕੀ ਸਾਰਿਆਂ ਥਾਵਾਂ ਤੇ ਆਪ ਜੀ ਜਦੋਂ ਪਰਿਪੂਰਨ ਸਾਨੂੰ ਦਿਸ ਆਵੋਗੇ, ਸਾਰਿਆਂ ਥਾਵਾਂ ਤੇ ਸਖਿਆਤ ਆਪ ਜੀ ਕਿਰਪਾ ਕਰ ਦਵੋ। ਐਸਾ ਗਿਆਨ ਜਿਹੜਾ ਆਪਣੇ ਪਿਆਰੇ ਗੁਰਸਿੱਖਾਂ ਨੂੰ ਆਪ ਜੀ ਨੇ ਬਖਸ਼ਿਸ਼ ਕਰਕੇ ਦਿੱਤਾ ਹੈ। ਸੋ ਮਹਾਰਾਜ ਜਦੋਂ ਉਹਨਾਂ ਦਾ ਕਿਣਕਾ ਭਰ ਵੀ ਸਾਡੇ ਜੀਵਨ 'ਚ ਵਸ ਜਾਵੇਗਾ, ਫਿਰ ਮਹਾਰਾਜ ਆਪ ਜੀ ਦੇ ਨਾਮ ਤੋਂ ਵਿਛੋੜਾ ਕਿਵੇਂ ਹੋਵੇਗਾ। ਸੁਤੇ ਹੀ ਇਹ ਰਸਨਾ ਆਪ ਜੀ ਦਾ ਨਾਮ ਜਪੀ ਜਾਵੇਗੀ ਨਾ। ਇਸ ਕਰਕੇ ਉਹ ਵਡਿਆਈ ਦਵੋ ਜਿਹਦੇ ਕਰਕੇ ਆਪ ਜੀ ਦੇ ਨਾਮ ਦੇ ਨਾਲ ਹੀ ਜੁੜੇ ਰਹੀਏ, ਜਿਵੇਂ ਆਪ ਜੀ ਦੇ ਪਿਆਰੇ ਮਹਾਂਪੁਰਖ ਜੁੜੇ ਰਹਿੰਦੇ ਹਨ। ਸੋ ਐਸੀ ਵਡਿਆਈ ਦੇਣਾ ਕਰੋ ਜਿਹਦੇ ਦੁਆਰਾ ਆਪ ਜੀ ਦਾ ਨਾਮ ਕਦੀ ਵਾਸਤੇ ਵਿਸਰੇ ਨਾ ਜੇ। ਦੂਜਾ ਨਾਹੀ ਕੋਏ। ਸੋ ਹੋਰ ਕੋਈ ਦੂਜਾ, ਮਾਤਾ ਜੀ ਬੇਨਤੀ ਕਰਦੇ ਨੇ, ਕੋਈ ਦੂਜਾ ਨਹੀਂ ਸੰਸਾਰ ਤੇ। ਸੋ ਅਥਵਾ ਸਿੱਖ ਵੀ ਬੇਨਤੀ ਕਰੇ, ਮਹਾਰਾਜ ਆਪ ਜੀ ਤੋਂ ਬਿਨਾ ਕੋਈ ਦੂਜਾ ਨਹੀਂ ਹੈ ਜੀ। ਜਿਸ ਆਗੇ ਪਿਆਰੇ ਜਾਏ ਕਹਾ। ਜਿਹਦੇ ਪਾਸ ਜਾ ਕਰਕੇ ਅਸੀਂ ਆਪਣੀ ਇਹ ਵੇਦਨ ਸੁਣਾ ਸਕੀਏ, ਆਪਣੀ ਪੀੜਾ ਜਿਸ ਨੂੰ ਦੱਸ ਸਕੀਏ, ਕੌਣ ਹੈ ਆਪ ਜੀ ਤੋਂ ਬਿਨਾ ਦੂਜਾ ਜੀ। ਪਾਤਸ਼ਾਹ ਜੀ ਇੱਕ ਆਪ ਹੀ ਹੋਣਾ ਜੀ ਜਿਹੜੇ ਸਾਰਿਆਂ ਦੀ ਪੀੜਾ ਸੁਣਦੇ ਹੋ। ਮੈਂ ਵੇਖਿਆ ਗੁਰਦੇਵ ਬੜੇ ਥਾਵਾਂ ਤੇ ਧੱਕੇ ਖਾ ਕੇ ਵੇਖਿਆ, ਆਪ ਜੀ ਦੇ ਦਰ ਤੋਂ ਬਿਨਾ ਕੋਈ ਦੂਸਰਾ ਹੈ ਹੀ ਨਹੀਂ। ਬਾਕੀਆਂ ਥਾਵਾਂ ਤੇ ਜਾ ਕਰਕੇ ਵੇਖਿਆ ਹੈ, ਵੱਖੋ ਵੱਖਰੀਆਂ ਜਾਤਾਂ ਤੇ ਵੱਖੋ ਵੱਖਰੇ ਲੋਕਾਂ ਨੂੰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਬਿਠਾਇਆ ਤੇ ਸਤਿਕਾਰ ਦਿੱਤਾ ਜਾਂਦਾ। ਮਹਾਰਾਜ ਤੁਹਾਡੇ ਦਰ ਤੇ ਬੇਨਤੀ ਤਾਂ ਕੀਤੀ ਆਣ ਕਰਕੇ, ਜਦੋਂ ਆਪ ਜੀ ਦੇ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ, 4 ਦਰਵਾਜ਼ੇ ਵੇਖੇ, ਪੁੱਛਿਆ ਗੁਰਸਿੱਖੋ ਇਹ ਚਾਰੇ ਦਰ ਕਿਉਂ ਰੱਖੇ ਹੋਏ ਨੇ ਤੇ ਚਾਰੇ ਦੇ ਚਾਰੇ ਖੋਲੇ ਹੋਏ ਨੇ, ਕੋਈ ਵੀ ਵਿੱਚੋਂ ਬੰਦ ਨਹੀਂ, ਕੀ ਕਾਰਨ? ਗੁਰੂ ਕੇ ਸਿੱਖਾਂ ਨੇ ਬਾਹ ਫੜ ਕੇ ਸਮਝਾਇਆ, ਭਾਈ ਸਿੱਖਾ ਮੇਰੇ ਗੁਰਦੇਵ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇੱਥੇ ਕੋਈ ਸ਼ੂਦਰ ਦੀ ਬਰਾਦਰੀ ਵੱਖਰੀ ਨਹੀਂ, ਵੈਸ਼ ਦੀ ਵੱਖਰੀ ਨਹੀਂ, ਛਤਰੀ ਦੀ ਵੱਖਰੀ ਨਹੀਂ, ਬ੍ਰਾਹਮਣ ਇੱਥੇ ਉੱਚਾ ਤੇ ਵੱਡਾ ਨਹੀਂ। ਆਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਚ ਲੈ ਕੇ ਚੱਲਾਂ, ਸਾਰਿਆਂ ਨੂੰ ਇੱਕੋ ਪੰਗਤ ਚ ਪ੍ਰਸ਼ਾਦਾ ਛਕਾਇਆ ਜਾਂਦਾ। ਸਾਰਿਆਂ ਨੂੰ ਪੰਗਤ ਚੋਂ ਪ੍ਰਸ਼ਾਦਾ ਛਕਾ ਕੇ ਤੇ ਫਿਰ ਪਾਵਨ ਦਰਬਾਰ ਚ ਬਿਠਾ ਕੇ ਕਹਿੰਦੇ ਨੇ ਕਿਸੇ ਨੂੰ ਵੱਖਰਾ ਉਪਦੇਸ਼ ਕਿਸੇ ਨੂੰ ਨਹੀਂ ਦੇਣਾ, ਸਾਰਿਆਂ ਨੂੰ ਸਾਂਝਾ ਇੱਕੋ ਹੀ ਉਪਦੇਸ਼ ਦੇਵਾਂਗੇ। ਇੱਕੋ ਹੀ ਕੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਜੇ ਮਹਾਰਾਜ ਭਲਾ ਕੋਈ ਆਪਣੀ ਜਾਤੀ ਦਾ ਹੰਕਾਰ ਕਰਕੇ ਉਸ ਸੰਗਤ ਤੇ ਪੰਗਤ ਵਿੱਚ ਨਾ ਆਵੇ, ਕੱਲਾ ਜਾਤੀ ਦਾ ਹੰਕਾਰ ਕਰਕੇ ਤੇ ਮਾਲਾ ਲਮਕਾਈ ਫਿਰੇ, ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਵੀ ਕਹਿੰਦੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੀ ਕਿ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਬੱਗ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਤੇ ਇਹ ਕੱਲਾ ਜਪ ਮਾਲੀਆਂ ਵਾਸਤੇ ਨਹੀਂ ਭਾਈ, ਜੇ ਪੜਾ ਗਾਤਰਾ ਚੌੜਾ ਵੀ ਪਾਈ ਫਿਰੇ, ਕਿਰਪਾਨ ਵੱਡੀ ਵੀ ਫੜੀ ਫਿਰੇ, ਜੇ ਨਿਤਨੇਮੀ ਨਹੀਂ, ਜੇ ਅਭਿਆਸੀ ਨਹੀਂ, ਜੇ ਜੀਵਨ ਨਹੀਂ ਤੇ ਹੈ ਉਹ ਵੀ ਠੱਗ ਹੀ ਹੈ, ਹੋਰ ਕੁਝ ਉਹਨੂੰ ਕਿਹਾ ਨਹੀਂ ਜਾ ਸਕਦਾ। ਜਿਵੇਂ ਪਹਿਲੇ ਗੁਰਸਿੱਖਾਂ ਦਾ ਜੀਵਨ ਪੜ੍ਹੀਏ ਮਹਾਂਪੁਰਖਾਂ ਦਾ, ਇੱਥੋਂ ਹੀ ਦਾਸ ਦੇ ਉਸਤਾਦ ਸਿੰਘ ਸਾਹਿਬ ਜੀ ਨੇ ਇੱਕ ਬਚਨ ਕੀਤੇ ਸਨ, ਸਿੰਘੋ ਪਹਿਲੇ ਗੁਰਮੁਖਾਂ ਦਾ ਜੀਵਨ ਪੜ੍ਹੀਏ, ਗਰੀਬੀ ਬਹੁਤ ਜ਼ਿਆਦਾ ਸੀ, ਗਾਤਰੇ ਤੇ ਉਹਨਾਂ ਦੇ ਏਡੇ ਚੌੜੇ ਨਹੀਂ ਸਨ, ਹੁਣ ਤੇ ਸੋਖਣਾ ਗੋਟੇ ਵਾਲੇ ਵੀ ਆਪਾਂ ਪਾਏ ਹੁੰਦੇ ਨੇ ਨਾ, ਪਰ ਉਹਨਾਂ ਦੇ ਜੀਵਨ ਵਿੱਚ ਇਹੋ ਜਿਹਾ ਕੁਝ ਨਹੀਂ ਪੜੋਗੇ। ਇਹ ਜ਼ਰੂਰ ਪੜੋਗੇ ਕਿ ਵਸਤਰ ਪਾਟੇ ਜੇ ਹੁੰਦੇ ਸਨ, ਬਹੁਤੀ ਅਮੀਰੀ ਦੀ ਅਵਸਥਾ ਵਿੱਚ ਨਹੀਂ ਸਨ, ਪਰ ਨਾਮ ਸਿਮਰਨ ਅਭਿਆਸੀ ਬੜੇ ਪੱਕੇ ਸਨ, ਨਿਤਨੇਮ ਉਹਨਾਂ ਦੇ ਬੜੇ ਵੱਡੇ ਸਨ। ਤੇ ਸਿੰਘ ਸਾਹਿਬ ਜੀ ਨੇ ਇੱਥੇ ਕਥਾ ਵਿੱਚ ਮੰਜੀ ਸਾਹਿਬ ਬਚਨ ਕੀਤੇ ਸਨ ਕਿ ਪਹਿਲਾਂ ਗਾਤਰੇ ਸੌੜੇ ਸਨ ਤੇ ਨਿਤਨੇਮ ਚੌੜੇ ਸਨ, ਭਾਵ ਗਾਤਰੇ ਛੋਟੇ ਸਨ ਤੇ ਨਿਤਨੇਮ ਵੱਡੇ ਸਨ। ਤੇ ਕਹਿੰਦੇ ਹੁਣ ਗਾਤਰੇ ਚੌੜੇ ਨੇ, ਨਿਤਨੇਮ ਸੌੜੇ ਹੋ ਗਏ ਨੇ। ਗੁਰਸਿੱਖੋ ਨਿਤਨੇਮ ਵੱਡਾ ਚਾਹੀਦਾ ਹੈ, ਗੁਰੂ ਕੀ ਸਿੱਖੀ ਵੱਡੀ ਚਾਹੀਦੀ ਹੈ, ਸ਼ਸਤਰਾਂ ਦਾ ਸਤਕਾਰ ਵੱਡਾ ਚਾਹੀਦਾ ਹੈ। ਆਪਣਾ ਸਤਕਾਰ ਕਰਾਉਣਾ ਬਾਹਰਲੇ ਫੈਸ਼ਨ ਦੇ ਨਾਲ ਸਤਿਗੁਰੂ ਸਾਹਿਬ ਜੀ ਪ੍ਰਾਪਤ ਨਹੀਂ ਹੁੰਦੇ। ਬਾਹਰ ਦਾ ਫੈਸ਼ਨ, ਵਸਤਰਾਂ ਦਾ ਫੈਸ਼ਨ ਸਿੱਖੀ ਨਹੀਂ। ਪੰਜਾਂ ਕਕਾਰਾਂ ਦੀ ਰਹਿਤ ਤੇ ਗੁਰੂ ਕਾ ਜਪਿਆ ਹੋਇਆ ਨਾਮ ਇਹ ਵੱਡਾ ਹੈ।
ਉਹ ਸਤਿਗੁਰੂ ਸਾਹਿਬ ਜੀ ਦੇ ਪਾਸ ਅਸੀਂ ਵੀ ਇਹ ਬੇਨਤੀ ਕਰੀਏ, ਮਹਾਰਾਜ ਜੀ ਆਪ ਕਿਰਪਾ ਕਰੋ, ਰਹਿਮਤ ਕਰੋ। ਆਪ ਜੀ ਦੇ ਪਾਸ ਅਸੀਂ ਬੇਨਤੀਆਂ ਕਰਦੇ ਹਾਂ। ਆਪ ਜੀ ਤੋਂ ਬਿਨਾ ਦੂਸਰਾ ਕੋਈ ਨਹੀਂ ਜਿਹਦੇ ਅੱਗੇ ਜਾ ਕੇ ਅਸੀਂ ਬੇਨਤੀ ਕਰੀਏ। ਸਾਨੂੰ ਵੀ ਉਹ ਸਿੱਖੀ ਬਖਸ਼ਿਓ, ਸਾਡੇ ਤੇ ਵੀ ਉਹ ਰਹਿਮਤ ਕਰੋ ਜਿਹੜੀ ਆਪਣੇ ਪਿਆਰੇ ਸਿੱਖਾਂ ਤੇ ਕੀਤੀ ਹੈ ਜੀ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਸੇਵੀ ਸਾਹਿਬ ਆਪਣਾ, ਮਹਾਰਾਜ ਕਹਿੰਦੇ ਆਪਣੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਨਾ ਕਰ ਪਾਏ। ਅਵਰ ਨਾ ਜਾਚੋਂ ਕੋ, ਕਿਉਂ ਜੀ ਇਸ ਦਰ ਤੋਂ ਮੰਗਣ ਤੋਂ ਬਾਅਦ ਹੋਰ ਥਾਂ ਤੇ ਜਾਚਨਾ ਕਰਨ ਦੀ ਇੱਛਾ ਨਹੀਂ ਰਹੇਗੀ, ਅਥਵਾ ਹੋਰ ਥਾਵਾਂ ਤੇ ਜਾ ਕਰਕੇ ਸ਼ਰਮਿੰਦੇ ਨਹੀਂ ਹੋਣਾ ਪਵੇਗਾ ਜੀ। ਨਾਨਕ ਤਾ ਕਾ ਦਾਸ ਹੈ, ਮਹਾਰਾਜ ਕਹਿੰਦੇ ਅਸੀਂ ਭਾਈ ਉਹਨਾਂ ਦੇ ਦਾਸ ਹਾਂ ਜੀ। ਬਿੰਦ ਬਿੰਦ ਚੁਖ ਚੁਖ ਹੋਏ, ਉਹਨਾਂ ਦੇ ਪਾਵਨ ਨਾਮ ਤੋਂ ਕਹਿੰਦੇ ਬਿੰਦ ਬਿੰਦ, ਸੋ ਸਭ ਨੂੰ ਛੋਟਾ ਸਮਾਂ ਜਿਹੜਾ ਹੈ ਨਾ ਜੀ, ਸੋ ਜਿਵੇਂ ਗੁਰਮੁਖ ਵਿਦਵਾਨਾਂ ਨੇ ਸਮਝਾਇਆ ਹੈ ਕਿ ਇੱਕ ਘੱਟ ਸ਼ਬਦ ਕਹਿਣ ਦੇ ਨਾਲ ਸੋ ਭਾਈ ਜਿਹੜੇ ਦੋ ਖਿਣ ਹਨ ਉਹ ਜਿਹੜੇ ਨੇ ਉਹ ਬਤੀਤ ਹੋ ਜਾਂਦੇ ਨੇ, ਤੇ ਉਸ ਖਿਣ ਦਾ 6ਵਾਂ ਹਿੱਸਾ ਜਿਹੜਾ ਉਹ ਬਿੰਦ ਹੈ। ਮਹਾਰਾਜ ਕਹਿੰਦੇ ਇੰਨਾ ਬਰੀਕ ਤੋਂ ਬਰੀਕ ਚੁੱਖ ਚੁੱਖ ਟੋਟੇ ਟੋਟੇ ਹੋ ਕਰਕੇ ਕੁਰਬਾਨ ਜਾਂਦੇ ਹਾਂ ਕਿਤੋਂ ਜੇ। ਸਾਹਿਬ ਤੇਰੇ ਨਾਮ ਵਿਟੋ, ਇਹ ਅਕਾਲ ਪੁਰਖ ਵਾਹਿਗੁਰੂ ਜੀ ਉਹ ਆਪ ਜੀ ਦੇ ਪਾਵਨ ਨਾਮ ਉਤੋਂ, ਇਹ ਜਿਹੜਾ ਐਸਾ ਨਾਮ ਹੈ ਜਿਸ ਨਾਮ ਨੇ ਭਾਈ ਸੋ ਪ੍ਰੇਮੇ ਕੋੜੀਆਂ ਵਰਗਿਆਂ ਦਾ ਕੋੜ ਦੂਰ ਕਰ ਦਿੱਤਾ, ਜਿਸ ਨਾਮ ਦੀ ਸ਼ਕਤੀ ਨੇ ਦੁਨੀ ਚੰਦ ਰਾਜੇ ਦੇ ਜਵਾਈ ਤੇ ਬਖਸ਼ਿਸ਼ ਕੀਤੀ, ਉਹਦਾ ਕੋੜ ਦੂਰ ਕਰ ਦਿੱਤਾ। ਜਿਹੜਾ ਨਾਮ ਬਖਸ਼ਿਸ਼ ਕਰਨ ਤੇ ਆਇਆ ਕੌਡੇ ਰਾਖਸ਼ ਦਾ ਆਧਾਰ ਕਰ ਦਿੱਤਾ। ਜਿਸ ਨਾਮ ਦੀ ਸੰਗਤ ਵਿੱਚ ਆਣ ਕਰਕੇ ਭਾਈ ਵੱਡੇ ਵੱਡੇ ਹੰਕਾਰੀ ਰਾਜਿਆਂ ਦੇ ਹੰਕਾਰ, ਬਾਬਰ ਵਰਗਿਆਂ ਦੇ, ਹਮਾਯੂ ਵਰਗਿਆਂ ਦੇ ਹੰਕਾਰ ਟੁੱਟ ਗਏ। ਉਹ ਜੋ ਪਾਵਨ ਨਾਮ ਹੈ, ਜਿਹੜਾ ਐਸਾ ਨਾਮ ਹੈ ਜਿਸ ਨਾਮ ਦੀ ਜਿਸ ਸਮੇਂ ਕਲਾ ਵਰਤੀ ਉਸ ਸਮੇਂ ਵਲੀ ਕੰਧਾਰੀ ਵਰਗੇ ਹੰਕਾਰੀਆਂ ਦੇ ਵੀ ਸਿਰ ਝੁਕ ਗਏ। ਮਹਾਰਾਜ ਇਹ ਕੈਸਾ ਆਪ ਜੀ ਦਾ ਨਾਮ ਹੈ। ਕਿਉਂ ਮਹਾਰਾਜ ਕਹਿੰਦੇ ਅਸੀਂ ਇਸ ਤੋਂ ਸੋ ਭਾਈ ਟੋਟੇ ਟੋਟੇ ਹੋ ਕਰਕੇ ਕੁਰਬਾਨ ਜਾਂਦੇ ਹਾਂ। ਕਾਰਨ ਕੀ ਹੈ? ਕਿਤਨਾ ਵੱਡਾ ਨਾਮ ਹੋਵੇਗਾ ਇਹ। ਸੋ ਐਵੇਂ ਨਹੀਂ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਾਤਸ਼ਾਹ ਜੀ ਕੀ ਨਾਮ ਦੀ ਸ਼ਕਤੀ ਵਰਤਾਈ ਤੁਸੀਂ, ਜਿਹੜੇ ਵੱਡੀਆਂ ਉਮਰਾਂ ਦਾ ਹੰਕਾਰ ਕਰਕੇ ਬੈਠੇ ਹੋਏ ਸਨ, ਗੋਰਖਨਾਥ ਵਰਗੇ, ਮਛਿੰਦਰਨਾਥ ਵਰਗੇ, ਭਰਥਰੀ ਜੀ ਵਰਗੇ, ਜਿਨ੍ਹਾਂ ਨੂੰ ਬੜਾ ਵੱਡਾ ਹੰਕਾਰ ਸੀ, ਅਸੀਂ ਰਾਜ ਭਾਗ ਤਿਆਗ ਦਿੱਤੇ ਨੇ। ਕੈਸੀ ਆਪ ਜੀ ਨੇ ਨਾਮ ਦੀ ਕਲਾ ਵਰਤਾਈ ਸਮੇਰ ਤੇ ਜਾ ਕਰਕੇ, ਜਿੱਥੇ ਆਪ ਜੀ ਨੇ ਬੈਠ ਕਰਕੇ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਕੈਸੀ ਕਲਾ ਸ੍ਰੀ ਜਪਜੀ ਸਾਹਿਬ ਜੀ ਦੀ ਵਰਤਾਈ ਹੈ ਆਪ ਜੀ ਨੇ। ਉਹ ਸਾਰੇ ਦੇ ਸਾਰੇ ਹੀ ਇਸ ਨਾਮ ਦੇ ਅੱਗੇ ਝੁਕ ਗਏ। ਸਾਰਿਆਂ ਨੇ ਆਪ ਜੀ ਦੀ ਚਰਨ ਧੂੜ ਲੈ ਕਰਕੇ ਮੱਥੇ ਨੂੰ ਲਾਈ। ਇਹ ਕੈਸਾ ਆਪ ਜੀ ਦਾ ਪਾਵਨ ਨਾਮ ਹੈ ਜਿਨੇ ਮੱਕਾ ਵੀ ਨਵਾ ਦਿੱਤਾ, ਮਦੀਨਾ ਵੀ ਨਵਾ ਦੇਣਾ ਕੀਤਾ। ਇਹ ਆਪ ਜੀ ਦੇ ਪਾਵਨ ਨਾਮ ਦੀ ਸ਼ਕਤੀ ਹੈ। ਐਸਾ ਜਿਹੜਾ ਨਾਮ ਹੈ ਸਾਹਿਬ ਤੇਰੇ ਨਾਮ ਵਿਟੋਂ, ਐਸੇ ਮਹਾਰਾਜ ਜੀ ਕਹਿੰਦੇ ਉਹ ਜਿਹੜਾ ਪਾਵਨ ਨਾਮ ਹੈ ਜਿਸ ਨਾਮ ਦੁਆਰਾ ਆਪ ਜੀ ਪੜ੍ਹਦੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਕਿ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਵਾਬੀ ਮਰਦਾਨਾ। ਸੋ ਦਿੱਤੀ ਬਾਂਗ ਨਮਾਜ਼ ਕਰ, ਸੁਨ ਸਮਾਨ ਭਇਆ ਜਹਾਨਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਐਸਾ ਜਿਹੜਾ ਆਪ ਜੀ ਦਾ ਨਾਮ ਹੈ ਉਸ ਨਾਮ ਦੇ ਉੱਤੋਂ ਕਹਿੰਦੇ ਵਾਰਨੇ ਬਲਹਾਰਨੇ ਜਾਂਦੇ ਹਾਂ। ਬਿੰਦ ਬਿੰਦ ਚੁਖ ਚੁਖ ਹੋਏ, ਸੋ ਕਹਿੰਦੇ ਉਹਦੇ ਤੋਂ ਭਾਈ ਬਿੰਦ ਬਿੰਦ ਕਰਕੇ ਸੋ ਚੁੱਕ ਚੁੱਕ ਟੋਟੇ ਟੋਟੇ ਹੋ ਕਰਕੇ ਕੁਰਬਾਨ ਜਾਂਦੇ ਹਾਂ ਜੀ। ਇਹ ਪਾਵਨ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਰੂਪ ਵਿੱਚ ਕੀਤੀ ਹੈ ਸਾਡੇ ਤੇ। ਸੋ ਦਇਆ ਕਿਰਪਾਲੂ ਸਤਿਗੁਰੂ ਸਾਹਿਬ ਜੀ ਜਿਵੇਂ ਅੱਗੇ ਅੱਗੇ ਰਹਾਓ ਬਸਰਾਮ ਦੇ ਕਰਕੇ 4 ਰਹਾਓ ਵਾਲੀਆਂ ਪੰਕਤੀਆਂ ਸਤਿਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਵਿੱਚ ਉਚਾਰਨ ਕੀਤੀਆਂ। ਇਹ ਸਤਿਗੁਰੂ ਸਾਹਿਬ ਜੀ ਨੇ ਪਾਵਨ ਦਇਆ ਹੁਕਮਨਾਮੇ ਰੂਪ ਵਿੱਚ ਕੀਤੀ ਹੈ। ਹੁਣ ਜੋ ਭਾਈ ਸਤਿਗੁਰੂ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਆਰੰਭ ਹੈ ਇਸ ਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ
ਉਸ ਦੇ ਜੋ ਅਖਰੀ ਅਰਥ ਹੈ ਉਹਨਾਂ ਦੀ ਵਿਚਾਰ ਵੀ ਕਰ ਲਈਏ ਜੀ। ਰਾਮ ਕਲੀ ਮਹੱਲਾ ਪੰਜਵਾ। ਸੋ ਰਾਮਕਲੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ। ਜੋ ਕਿਛ ਕਰੇ ਸੋਈ ਸੁਖ ਜਾਨਾ। ਸੋ ਗੁਰੂ ਕਾ ਸਿੱਖਾ ਜੋ ਅਕਾਲ ਪੁਰਖ ਵਾਹਿਗੁਰੂ ਕਰਨਾ ਕਰੇ ਉਹਨੂੰ ਹੀ ਸੁਖ ਮੰਨ ਕਰਕੇ ਜਾਣਨਾ ਕਰ। ਮਨ ਅਸਮਝ ਸਾਧ ਸੰਗ ਪਤਿਆਨਾ। ਮਹਾਰਾਜ ਮੇਰਾ ਚਿੱਤ ਤੇ ਕਰਦਾ ਮੰਨ ਲਵਾਂ, ਪਰ ਆ ਜਿਹੜਾ ਮਨ ਹੈ ਇਹ ਬੜਾ ਅਸਮਝ ਹੈ, ਇਹ ਕਿਸੇ ਪਾਸੇ ਵੀ ਵਸ ਵਿੱਚ ਨਹੀਂ ਆਉਂਦਾ। ਕਹਿੰਦੇ ਗੁਰੂ ਕੀ ਸੰਗਤ ਜਿਹੜੀ ਸਾਧ ਸੰਗਤ ਹੈ ਨਾ ਉਹਦੇ ਵਿੱਚ ਜਾ ਕਰਕੇ ਪਤੀਜ ਸਕਦਾ ਹੈ। ਸੋ ਸੰਗਤ ਵਿੱਚ ਜਾ ਕਰਕੇ ਪਤੀਜ ਜਾਵੇਗਾ ਜੇ। ਡੋਲਨ ਤੇ ਚੁਕਾ ਠਹਿਰਾਇਆ। ਇਹ ਜਿਹੜਾ ਡੋਲਦਾ ਫਿਰਦਾ ਸੀ ਇਹਨੂੰ ਠਹਿਰਾ ਦੇਣਾ ਕੀਤਾ ਹੈ ਜੀ, ਰੋਕ ਦਿੱਤਾ ਹੈ। ਸਤ ਮਾਹੇ ਲੈ ਸਤ ਸਮਾਇਆ। ਸੱਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਜੋੜ ਕਰਕੇ ਹਿਰਦੇ ਅੰਦਰੋਂ ਸਤ ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰਵਾ ਦਿੱਤਾ ਹੈ। ਦੁੱਖ ਗਿਆ ਸਭ ਰੋਗ ਗਿਆ। ਕਹਿੰਦੇ ਦੁੱਖ ਵੀ ਸਾਰੇ ਨਾਸ ਹੋ ਗਏ ਨੇ ਨਾਮ ਨਾਲ ਜੁੜਨੇ ਤੇ, ਰੋਗ ਸਾਰੇ ਮੁੱਕ ਗਏ ਹਨ। ਪ੍ਰਭ ਕੀ ਆਗਿਆ ਮਨ ਮਹਿਮਾਨੀ। ਕਾਰਨ ਕੀ ਬਣਿਆ? ਕਹਿੰਦੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਆਗਿਆ ਜਿਹੜੀ ਮਨ ਕਰਕੇ ਮੰਨ ਲੈਣਾ ਕੀਤੀ ਹੈ ਸਿੱਖਾਂ ਨੇ। ਮਹਾਪੁਰਖ ਕਾ ਸੰਗ ਪਿਆ। ਕਹਿੰਦੇ ਮਹਾਂਪੁਰਖਾਂ ਦਾ ਕੀ ਜੀ ਸਾਧ ਸੰਗਤ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਜਾਂ ਅਥਵਾ ਮਹਾਂਪੁਰਖ ਪਰਮੇਸ਼ਰ ਦੀ ਸੰਗਤ ਜਿਹੜੀ ਉਹ ਮਿਲ ਗਈ ਹੈ ਜੀ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਸਗਲ ਪਵਿੱਤਰ ਸਰਬ ਨਿਰਮਲਾ। ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਕੀ ਹੈ? ਸਾਰਿਆਂ ਨੂੰ ਪਵਿੱਤਰ ਕਰਨ ਵਾਲਾ ਹੈ, ਸਾਰਿਆਂ ਥਾਵਾਂ ਤੇ ਨਿਰਮਲ ਉਜਲ ਕਰਨ ਵਾਲਾ ਹੈ ਜੀ। ਜੋ ਵਰਤਾਏ ਸੋਈ ਭਲਾ। ਜੋ ਉਹ ਭਾਈ ਇਹ ਨਾਮ ਰੂਪੀ ਸੋ ਸੰਗਤ ਰੂਪੀ ਪੰਗਤ ਲਾ ਕਰਕੇ ਨਾਮ ਨੂੰ ਵਰਤਾ ਰਿਹਾ ਉਹ ਭਲਾ ਪਰਮੇਸ਼ਰ ਵਾਹਿਗੁਰੂ ਵੀ ਹੈ, ਅਥਵਾ ਜਿਸ ਨੇ ਪ੍ਰਾਪਤ ਕੀਤਾ ਉਹ ਵੀ ਭਲੇ ਚੰਗੇ ਹਨ ਜੀ। ਜਹ ਰਾਖੈ ਸੋਈ ਮੁਕਤ ਥਾਨ। ਜਿੱਥੇ ਉਹ ਰੱਖਣਾ ਕਰੇ ਉਹੋ ਹੀ ਭਾਈ ਇਹ ਜਿਹੜੀ ਸਾਧ ਸੰਗਤ ਬਣਾਈ ਇਹ ਮੁਕਤੀ ਦਾ ਅਸਥਾਨ ਬਣਾਇਆ ਹੋਇਆ ਹੈ ਜੀ। ਜੋ ਜਪਾਏ ਸੋਈ ਨਾਮ। ਜੋ ਸੰਗਤ ਦੁਆਰਾ ਜਪਾਇਆ ਜਾ ਰਿਹਾ ਪਰਮੇਸ਼ਰ ਵਾਹਿਗੁਰੂ ਦਾ ਨਾਮ, ਵਾਹਿਗੁਰੂ ਮੰਤਰ ਹੀ ਨਾਮ ਹੈ ਸ੍ਰੇਸ਼ਟ। 68 ਤੀਰਥ ਜਹ ਸਾਧ ਪਗ ਧਰੈ। ਕਹਿੰਦੇ 68 ਤੀਰਥਾਂ ਦਾ ਮਹਾਤਮ ਮਿਲ ਜਾਂਦਾ ਜਿੱਥੇ ਸਾਧੂ ਪਰਮੇਸ਼ਰ ਦੇ ਪਿਆਰੇ ਆਪਣੇ ਚਰਨ ਪਾ ਦੇਣ ਜੀ। ਕਹਿ ਬੈਕੁੰਠ ਜਹ ਨਾਮ ਉਚਰੈ। ਤੇ ਜਿੱਥੇ ਨਾਮ ਦਾ ਉਚਾਰਨ ਕਰਨ ਉੱਥੇ ਭਾਈ ਬੈਕੁੰਠ ਸੱਚਖੰਡ ਧਾਮ ਜਿਹੜਾ ਹੈ ਉਹ ਉਸਰ ਜਾਂਦਾ ਹੈ ਜੀ। ਸਰਬ ਆਨੰਦ ਜਬ ਦਰਸ਼ਨ ਪਾਈਐ। ਕਹਿੰਦੇ ਸਾਰਿਆਂ ਥਾਵਾਂ ਤੇ ਆਨੰਦ ਦੀ ਪ੍ਰਾਪਤੀ ਹੁੰਦੀ ਜਦੋਂ ਦਰਸ਼ਨ ਪ੍ਰਾਪਤ ਕਰ ਲਈਏ ਜੀ। ਰਾਮ ਗੁਣਾ ਨਿਤ ਨਿਤ ਹਰ ਗਾਈ। ਉਸ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਨਿਤਾ ਪ੍ਰਤੀ ਗਾਉਣਾ ਕਰੋ। ਆਪੇ ਘਟ ਘਟ ਰਹਿਆ ਵਿਆਪ। ਆਪ ਉਹ ਪਰਮੇਸ਼ਰ ਵਾਹਿਗੁਰੂ ਕਹਿੰਦੇ ਘਟਾਂ ਘਟਾਂ ਵਿੱਚ ਵਿਆਪਕ ਹੋ ਰਿਹਾ ਹੈ ਜੀ। ਦਇਆਲ ਪੁਰਖ ਪ੍ਰਗਟ ਪ੍ਰਤਾਪ। ਕੈਸਾ ਹੈ? ਦਿਆਲੂ ਹੈ, ਪੁਰਖ ਵਿਆਪਕ ਹੈ, ਉਹਦਾ ਜਿਹੜਾ ਪ੍ਰਤਾਪ ਹੈ ਪ੍ਰਗਟ ਹੈ ਸਾਰੇ ਸੰਸਾਰ ਅੰਦਰ। ਗੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ। ਕਪਟ ਖੁਲਾਨੇ ਭ੍ਰਮ ਨਾਠੇ ਦੂਰੇ। ਜਿਨ੍ਹਾਂ ਦੇ ਭਾਈ ਭਰਮ ਦੇ ਪਰਦੇ ਜਿਹੜੇ ਖੋਲ ਦਿੱਤੇ ਹਨ, ਸੋ ਕਪਟ ਜਿਹੜੇ ਸਨ ਆਸਾਂ ਦੇਸ਼ਾਂ ਦੇ ਪੱਟ ਜਿਹੜੇ ਜੁੜੇ ਹੋਏ ਸਨ, ਜਦੋਂ ਭਾਈ ਨਾਮ ਰੂਪੀ ਸੋ ਇਹ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਗਿਆਨ ਰੂਪੀ ਸੂਰਜ ਚਾੜਿਆ, ਉਹ ਸਾਰੇ ਆਸਾਂ ਦੇਸ਼ਾਂ ਦੇ ਪੱਟ ਦਰਵਾਜ਼ੇ ਖੁੱਲ ਗਏ ਹਨ। ਭ੍ਰਮ ਜਿਹੜਾ ਸੀ 4 ਪ੍ਰਕਾਰ ਦਾ ਦੂਰ ਹੋ ਗਿਆ ਹੈ ਜੀ। ਨਾਨਕ ਕਉ ਗੁਰ ਭੇਟੇ ਪੂਰੇ। ਕਹਿੰਦੇ ਉਹਨਾਂ ਗੁਰਸਿੱਖਾਂ ਨੇ ਭਾਈ ਪੂਰੇ ਸਤਿਗੁਰੂ ਸਾਹਿਬ ਜੀ ਨੂੰ ਭੇਟਣਾ ਜਿਹੜਾ ਪੂਜਣਾ ਕੀਤਾ ਹੈ, ਐਸੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਜੀ। ਇਹ ਗੁਰਦੇਵ ਕਿਰਪਾਲੂ ਸਤਿਗੁਰੂ ਸਾਹਿਬ ਜੀ ਪੂਰੇ ਸਤਿਗੁਰੂ ਸਾਹਿਬ ਜੀ ਨੂੰ ਭੇਟਣ ਦੁਆਰਾ ਇਹ ਬਖਸ਼ਿਸ਼ਾਂ ਹੁੰਦੀਆਂ ਹਨ। ਇਹ ਪਾਵਨ ਹੁਕਮਨਾਮੇ ਦੁਆਰਾ ਲੜੀਵਾਰ ਕਥਾ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।